ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਗੱਲਬਾਤ ਕਰਾਂਗੇ ਅੱਜ ਰੌਜਰਸ ਦੇ ਫੋਨ ਬੰਦ ਰਹੇ ਕਾਫੀ ਸਮਾਂ ਤੇ ਉਹਦੇ ਤੋਂ ਬਾਅਦ ਹੁਣ ਕਈ ਸਕੈਮਰ ਸਰਗਰਮ ਨੇ। ਕੀ ਮਾਮਲਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਵਿਆਜ ਦਰਾਂ ਫੇਰ ਵਧਣ ਲਈ ਤਿਆਰ ਨੇ ਤੇ ਇਸ ਵਾਰੀ ਵਧਣੀਆਂ ਵੀ ਕਹਿੰਦੇ ਬਹੁਤ ਜ਼ਿਆਦਾ ਆ। ਕੀ ਮਾਮਲਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਮਹਿੰਗਾਈ ਦੇ ਵਿੱਚ ਜਦੋਂ ਗਰੋਸਰੀ ਖਰੀਦਣ ਜਾਂਦੇ ਆ ਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਮਾਹਰ ਕਈ ਗੱਲਾਂ ਦੱਸਦੇ ਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਕੈਲਗਰੀ ਦੇ ਵਿੱਚ ਸਟੈਂਪੀਡ ਸ਼ੁਰੂ ਹੋ ਚੁੱਕੀ ਆ ਲੰਘੇ ਵੀਕਐਂਡ ਫਰਾਈਡੇ ਤੋਂ ਤੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਬਰੈਂਪਟਨ ਦੇ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਆ ਤੇ ਉਹਦੇ ਮਾਪੇ ਇਨਸਾਫ ਦੀ ਮੰਗ ਕਰ ਰਿਹਾ ਵੀ ਘੱਟੋ ਘੱਟ ਹਸਪਤਾਲ ਦੇ ਲਈ ਮਾਫੀ ਮੰਗ ਲਵੇ। ਕੀ ਮਾਮਲਾ ਆ। ਊਬਰ ਵਿਵਾਦਾਂ ਦੇ ਘੇਰੇ 'ਚ ਆ ਗਈ ਆ। ਬਹੁਤ ਜਿਹੜੀ ਪੋਪੂਲਰ ਰਾਈਡ ਹੇਲਿੰਗ ਸਰਵਿਸ ਆ, ਇਹਦਾ ਹੁਣ ਕੀ ਮਾਮਲਾ ਆ, ਇਹ ਗੱਲਬਾਤ ਕਰਾਂਗੇ। ontario ਦੇ ਵਿੱਚੋਂ ਖਬਰ ਆ ਰਹੀ ਹੈ ਕਿ ਉੱਥੇ ਵੀ ਫੈਮਿਲੀ ਡਾਕਟਰਾਂ ਦੀ ਘਾਟ ਆ। ਨਵੇਂ ਪਾਸ ਹੋਏ ਜਿਹੜੇ ਸਟੂਡੈਂਟ ਨੇ, ਜਿਹੜੇ ਪਾਸ ਹੋਏ ਡਾਕਟਰ ਬਣਦੇ ਨੇ, ਉਹ ਇਸ ਪਾਸੇ ਆਉਣ ਨੂੰ ਤਿਆਰ ਨਹੀਂ। ਕੀ ਮਾਮਲਾ ਆ। ਨੀਦਰਲੈਂਡ ਦੇ ਵਿੱਚ ਘਰ ਤੋਂ ਕੰਮ ਕਰਨ ਨੂੰ ਕਾਨੂੰਨੀ ਮਾਨਤਾ ਮਿਲ ਸਕਦੀ ਆ ਤੇ ਇਹ ਹੌਲੀ ਹੌਲੀ ਗੱਲਬਾਤ ਦੂਜੇ ਦੇਸ਼ਾਂ ਦੇ ਵਿੱਚ ਵੀ ਸਾਹਮਣੇ ਆ ਸਕਦੀ ਆ। ਘਰ ਤੋਂ ਕੰਮ ਕਰਨਾ ਕਾਨੂੰਨੀ ਤੌਰ 'ਤੇ ਮਤਲਬ ਉਹਨੂੰ ਮਾਨਤਾ ਦਿੱਤੀ ਜਾ ਰਹੀ ਹੈ, ਇਹ ਬਿੱਲ ਲਿਆਂਦਾ ਜਾ ਰਿਹਾ। ਸਭ ਤੋਂ ਪਹਿਲੀ ਖਬਰ ਮਹਿੰਗਾਈ ਬਾਰੇ। ਮਹਿੰਗਾਈ ਇਸ ਵੇਲੇ ਜ਼ੋਰਾਂ 'ਤੇ ਆ। ਅਸੀਂ ਕੈਨੇਡਾ ਦੇ ਵਿੱਚ ਜਦੋਂ ਹਮੇਸ਼ਾ ਹੀ ਗੱਲਬਾਤ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ, ਅਸੀਂ ਸਮੇਂ ਦੇ ਉਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਜਦੋਂ ਮਹਿੰਗਾਈ ਸਿਖਰ ਦੇ ਉੱਤੇ ਆ। ਪਿਛਲੇ 30-40 ਸਾਲ ਦੇ ਵਿੱਚ ਇੰਨੀ ਮਹਿੰਗਾਈ ਨਹੀਂ ਦੇਖੀ ਜਿੰਨੀ ਹੁਣ। ਸਟੋਰਾਂ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਗਰੋਸਰੀ ਖਰੀਦਦੇ ਹਾਂ, ਲੋਕਾਂ ਨੇ ਕਈ ਕੁਝ ਸੋਚਣਾ ਸ਼ੁਰੂ ਕਰਤਾ। ਅੱਗੇ ਵਾਲੀ ਗੱਲ ਹੀ ਰਹੀ ਕਿ ਸਿੱਧੇ ਗਏ ਗਰੋਸਰੀ ਸਟੋਰ ਦੇ ਉੱਤੇ, ਗਰੋਸਰੀ ਚੱਕੀ ਤੇ ਚੱਕ ਕੇ ਘਰ ਆ ਗਏ। ਹੁਣ ਤੁਸੀਂ ਆਪਣੀ ਬਾਸਕਟ ਦੇ ਵਿੱਚ, ਆਪਣੀ ਕਾਰਟ ਦੇ ਵਿੱਚ ਕੀ ਰੱਖ ਰਹੇ ਆ, ਬਹੁਤ ਧਿਆਨ ਨਾਲ ਤੁਹਾਨੂੰ ਦੇਖਣਾ ਪੈਂਦਾ ਤੇ ਲੋਕ ਦੇਖ ਵੀ ਰਹੇ ਆ। ਇੱਕ ਨਵੀਂ ਟਰਮ ਸਾਹਮਣੇ ਆ ਰਹੀ ਆ। ਉਹ ਟਰਮ ਦੇ ਨਾਲ ਵੀ ਕਈ ਕੁਛ ਜਿਹੜਾ ਗੱਲਾਂ ਜਿਹੜੀਆਂ ਜੁੜੀਆਂ ਆ। ਸ਼ੈਲਫਲੇਸ਼ਨ ਕਹਿੰਦੇ ਇਹਨੂੰ, ਸ਼ੈਲਫਲੇਸ਼ਨ ਜਿਹਦਾ ਇਨਫਲੇਸ਼ਨ ਆ ਮਹਿੰਗਾਈ, ਉਹਦੇ ਤੋਂ ਸ਼ੈਲਫਲੇਸ਼ਨ ਇੱਕ ਟਰਮ ਸਾਹਮਣੇ ਆ ਰਹੀ ਆ। ਦੱਸਦੇ ਇਹ ਆ ਕਿ ਗਰੋਸਰੀ ਸਟੋਰ ਦੇ ਉੱਤੇ ਤੁਹਾਨੂੰ ਧਿਆਨ ਨਾਲ ਦੇਖਣਾ ਪਊਗਾ ਕਿ ਤੁਸੀਂ ਚੀਜ਼ ਮਹਿੰਗੀ ਲੈਣੀ ਹੈ ਤੇ ਕੁਆਲਿਟੀ ਲੈਣੀ ਹੈ, ਜਾਂ ਤੁਸੀਂ ਚੀਜ਼ ਸਸਤੀ ਲੈਣੀ ਹੈ ਤੇ ਕੁਆਲਿਟੀ 'ਤੇ ਕੰਪਰੋਮਾਈਜ਼ ਕਰਨਾ ਹੈ। ਤੁਸੀਂ ਦਿਨ ਦੇ ਵਿੱਚ ਕਿਹੜੇ ਸਮੇਂ ਦੇ ਉੱਤੇ ਗਰੋਸਰੀ ਲੈਣ ਸਟੋਰ ਦੇ ਵਿੱਚ ਗਏ ਹੋ, ਕਿਹੜੇ ਦਿਨ ਗਏ ਹੋ, ਇਸ ਗੱਲ ਦੇ ਵੀ ਬਹੁਤ ਮਾਇਨੇ ਨੇ। ਕਈ ਵਾਰੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਕੀਮਤ ਘਟਾ ਕੇ ਲਾਈਆਂ ਹੁੰਦੀਆਂ। ਉਹਦਾ ਕਾਰਨ ਕੀ ਆ, ਪਿੱਛੋਂ ਸਪਲਾਈ ਚੇਨ ਇਸ ਗੱਲ ਦੇ ਉੱਤੇ ਕਿੰਨਾ ਕੁ ਇਫੈਕਟ ਪਾ ਰਹੀ ਆ। ਇਹ ਸਾਰੇ ਫੈਕਟਰ ਦੇਖਣ ਤੋਂ ਬਾਅਦ ਤੁਸੀਂ ਗਰੋਸਰੀ ਜਿਹੜੀ ਉਹ ਖਰੀਦਦੇ ਆ। ਸਪਲਾਈ ਚੇਨ ਦੀਆਂ ਪ੍ਰੋਬਲਮਸ ਨੇ ਜਿਹੜੇ ਕੁਛ ਮਾਹਰ ਨੇ, ਇੱਕ ਸੈਲਵੀਅਨ ਕਲੋਬਾਸਿਸ ਜਿਹੜੇ ਡਾਇਰੈਕਟਰ ਨੇ ਐਗਰੀ ਫੂਡ ਐਨਾਲਿਟਿਕ ਲੈਬ ਦੇ ਡਲਹੌਜ਼ੀ ਯੂਨੀਵਰਸਿਟੀ ਦੇ ਵਿੱਚ, ਉਹ ਇਸ ਮਾਮਲੇ ਦੇ ਵਿੱਚ ਦੱਸ ਰਹੇ ਆ ਕਿ ਤੁਹਾਨੂੰ ਗਰੋਸਰੀ ਸਸਤੀ ਮਿਲ ਸਕਦੀ ਹੈ ਪਰ ਤੁਹਾਨੂੰ ਕੁਆਲਿਟੀ ਦੇ ਉੱਤੇ ਕੰਪਰੋਮਾਈਜ਼ ਕਰਨਾ ਪਊਗਾ। ਕਿ ਤੁਸੀਂ ਕੋਈ ਵੀ ਪ੍ਰੋਡਕਟ ਜਿਹੜਾ ਖਰੀਦਦੇ ਆ, ਕਿੰਨਾ ਚਿਰ ਉਹ ਘਰ ਜਾ ਕੇ ਪਿਆ ਰਹਿੰਦਾ, ਉਹਦੀ ਸ਼ੈਲਫ ਲਾਈਫ ਕੀ ਆ, ਕਿੰਨਾ ਚਿਰ ਉਹ ਤੁਹਾਡੇ ਰੈਫਰੀਜਰੇਟਰ ਦੇ ਵਿੱਚ ਪਿਆ ਰਹਿ ਸਕਦਾ। ਦੱਸਿਆ ਇਹ ਜਾਂਦਾ ਕਿ ਸਟੋਰਾਂ ਵਾਲੇ ਆਮ ਤੌਰ ਦੇ ਉੱਤੇ ਜਿਹਦੀ ਸ਼ੈਲਫ ਲਾਈਫ ਘੱਟ ਹੁੰਦੀ ਆ ਜਾਂ ਜਿਹਨੇ ਥੋੜ੍ਹੇ ਚਿਰ ਬਾਅਦ ਖਰਾਬ ਹੋ ਜਾਣਾ, ਕਈ ਵਾਰੀ ਅਕਸਰ ਦਿਨ ਦੇ ਸ਼ਾਮ ਦੇ ਵੇਲੇ, ਦਿਨ ਦੇ ਦੂਜੇ ਅੱਧ ਦੇ ਵਿੱਚ ਉਸ ਚੀਜ਼ ਦੀਆਂ ਕੀਮਤਾਂ ਘਟਾ ਕੇ ਲਾ ਦਿੰਦੇ ਤਾਂ ਕਿ ਜਲਦੀ ਤੋਂ ਜਲਦੀ ਚੱਕੀ ਜਾਵੇ, ਕਿਉਂਕਿ ਜੇ ਨਹੀਂ ਚੱਕੀ ਗਈ ਉਹ ਖਰਾਬ ਹੋ ਸਕਦੀ ਹੈ। ਦੂਜਾ ਇਸ ਮਾਮਲੇ ਦੇ ਵਿੱਚ, ਜਿਵੇਂ ਡੇਅਰੀ ਦੇ ਆਇਲ ਦੇ ਵਿੱਚੋਂ ਲੈਣ ਜਾਂਦੇ ਆ ਤਾਂ ਲੋਕ ਪਿੱਛੋਂ ਚੀਜ਼ਾਂ ਚੱਕਦੇ ਆ ਕਈ ਵਾਰੀ, ਜਿਹਦੀ ਕਿ ਐਕਸਪਾਇਰੀ ਦੂਰ ਦੀ ਹੁੰਦੀ ਆ, ਡੇਟ ਉਹਦੀ ਦੂਰ ਦੀ ਹੁੰਦੀ ਆ। ਹੁਣ ਇਸ ਮਾਮਲੇ ਦੇ ਉੱਤੇ ਤੁਸੀਂ ਕਿੰਨਾ ਖਰੀਦ ਰਹੇ ਹੋ, ਤੁਸੀਂ ਕਿੰਨਾ ਪੇ ਕਰ ਰਹੇ ਹੋ, ਇਹ ਗੱਲਬਾਤ ਗਰੋਸਰੀ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਆ। ਕਿਉਂਕਿ ਜਿਹੜੇ ਮਤਲਬ ਕੁਝ ਲੋਕ ਅਰਲੀ ਸਵੇਰੇ ਜਾਂਦੇ ਆ, ਉਹਨਾਂ ਨੂੰ ਚੀਜ਼ਾਂ ਚੰਗੀਆਂ ਮਿਲ ਸਕਦੀਆਂ ਤੇ ਪਰ ਉਹਨਾਂ ਨੂੰ ਚੀਜ਼ਾਂ ਮਹਿੰਗੀਆਂ ਮਿਲ ਸਕਦੀਆਂ। ਕੁਆਲਿਟੀ ਬੈਟਰ ਹੋ ਸਕਦੀ ਆ ਪਰ ਜਿਹੜਾ ਉਹਦੇ ਪੈਸੇ ਦੇ ਮਾਮਲੇ ਦੇ ਵਿੱਚ ਉਨੀ ਬਚਤ ਨਹੀਂ ਹੁੰਦੀ। ਸ਼ਾਮ ਦੇ ਵੇਲੇ ਜੇਕਰ ਜਾਓਗੇ ਤੁਸੀਂ, ਹੋ ਸਕਦਾ ਜਿਹੜੀ ਮੰਨ ਲਓ ਸਬਜ਼ੀ ਆ ਉਹ ਚੰਗੀ ਲੋਕ ਲੈ ਜਾਂਦੇ ਆ ਤੇ ਮਾੜੀ ਜਾਂ ਕਹਿ ਲਓ ਜਿਹੜੀ ਉਹਨਾਂ ਨੇ ਰਿਜੈਕਟ ਕੀਤੀ ਆ ਉਹ ਉੱਥੇ ਰਹਿ ਜਾਂਦੀ ਆ। ਪਰ ਉਸ ਵੇਲੇ ਹੁੰਦਾ ਇਹ ਆ ਕਿ ਸਟੋਰ ਵਾਲੇ ਅਕਸਰ ਉਹਨੂੰ ਸਸਤੀ ਲਾ ਦਿੰਦੇ ਆ। ਸਬਜ਼ੀ ਦੇ ਰੇਟ ਜਾਂ ਇਸ ਗਰੋਸਰੀ ਦੇ ਰੇਟ ਅੱਗੇ ਲੰਬਾ ਸਮਾਂ ਬਦਲਦੇ ਨਹੀਂ ਸੀ, ਲਗਭਗ ਉਹੀ ਰਹਿੰਦੇ ਸੀ, ਜਾਂ ਸਾਰਾ ਦਿਨ ਦੇ ਵਿੱਚ ਤਾਂ ਉਹੀ ਰਹਿੰਦੇ ਸੀ। ਹੁਣ ਤੁਸੀਂ ਨੋਟ ਕਰੋਗੇ ਜਾ ਕੇ ਗਰੋਸਰੀ ਸਟੋਰਾਂ ਦੇ ਉੱਤੇ, ਸਵੇਰ ਵੇਲੇ ਉਸੇ ਚੀਜ਼ ਦਾ ਰੇਟ ਹੋਰ ਲੱਗਾ ਆ, ਸ਼ਾਮ ਨੂੰ ਉਸੇ ਚੀਜ਼ ਦਾ ਪ੍ਰਾਈਸ ਜਿਹੜਾ ਆ ਉਹ ਹੋਰ ਲੱਗਾ ਆ। ਹੁਣ ਤੁਹਾਨੂੰ ਇਸ ਤਰ੍ਹਾਂ ਵੀ ਦੇਖਣਾ ਪੈਂਦਾ। ਔਰ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਉਹਨੂੰ ਡਿਜੀਟਲ ਕਰ ਰਹੇ ਆ ਹੌਲੀ ਜਿਹੜਾ ਉਹ ਪ੍ਰਾਈਸ ਲਿਖਿਆ ਹੁੰਦਾ ਜਿੱਥੇ ਤੁਸੀਂ ਸਬਜ਼ੀ ਖਰੀਦਣ ਜਾਂਦੇ ਆ ਜਾਂ ਕੋਈ ਹੋਰ ਚੀਜ਼ ਚੱਕਦੇ ਆ, ਉਹਦੇ ਉੱਤੇ ਜਿੰਨੇ ਉਹ ਲੱਗੇ ਹੁੰਦੇ ਆ, ਕੁਛ ਚੀਜ਼ਾਂ ਨੂੰ ਉਹ ਡਿਜੀਟਲ ਵੀ ਕਰ ਰਿਹਾ ਤਾਂ ਕਿ ਉਹਨੂੰ ਜਦੋਂ ਮਰਜ਼ੀ ਚੇਂਜ ਕੀਤਾ ਜਾ ਸਕੇ। ਇਸ ਸਮੇਂ ਦੇ ਵਿੱਚ ਡਿਜੀਟਲ ਸਕਰੀਨਸ ਜਦੋਂ ਆ ਜਾਣਗੀਆਂ ਤਾਂ ਉਹ ਬਹੁਤ ਜ਼ਿਆਦਾ ਉਹਨੂੰ ਲਗਾਤਾਰ ਮਤਲਬ ਫਰੀਕੁਐਂਟਲੀ ਚੇਂਜ ਹੋ ਰਹੀ ਹੈ।
ਪ੍ਰਾਈਸਿੰਗ ਫ੍ਰੀਕੁਐਂਟਲੀ ਚੇਂਜ ਹੋ ਰਹੀ ਹੈ ਕਿ ਸਵੇਰ ਵੇਲੇ ਹੋਰ ਆ, ਦੁਪਹਿਰ ਵੇਲੇ ਹੋਰ ਆ, ਸ਼ਾਮ ਵੇਲੇ ਹੋਰ ਆ। ਗਰੋਸਰਸ ਵੀ ਜਿਹੜਾ ਵੇਸਟ ਨਹੀਂ ਕਰਨਾ ਚਾਹੁੰਦੇ ਫੂਡ ਕਿਸੇ ਵੀ ਤਰੀਕੇ ਦੇ ਨਾਲ। ਸੋ ਇਸ ਵੇਲੇ ਮਾਹਰ ਸਲਾਹ ਦੇ ਰਹੇ ਆ ਕਿ ਜਦੋਂ ਵੀ ਤੁਸੀਂ ਖਰੀਦਦਾਰੀ ਕਰਨ ਜਾਂਦੇ ਆ ਬਹੁਤ ਧਿਆਨ ਦੇ ਨਾਲ ਖਰੀਦਦਾਰੀ ਕਰੋ। ਜਿਹੜੀ ਚੀਜ਼ ਸਸਤੀ ਲੱਗੀ ਆ ਹੋ ਸਕਦਾ ਉੱਥੇ ਕਿਤੇ ਨਾ ਕਿਤੇ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਕਰਨਾ ਪਵੇ ਤੁਹਾਨੂੰ, ਤੇ ਜੇ ਤੁਸੀਂ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ ਤਾਂ ਹੋ ਸਕਦਾ ਤੁਹਾਨੂੰ ਉਹ ਮਹਿੰਗਾ ਦੇਣਾ ਪਵੇ। ਤੁਹਾਡਾ ਬਜਟ ਕੀ ਕਹਿੰਦਾ? ਮੰਨ ਲਓ ਬੀਫ, ਪੋਰਕ, ਇਹਦੇ ਜਿਹੜੇ ਪ੍ਰਾਈਸਿਸ ਹੈਗੇ ਉਹ ਇਸ ਵੇਲੇ ਘੱਟ ਨੇ। ਮਤਲਬ ਗਾਂ ਦਾ ਮੀਸ ਜਾਂ ਜਿਹੜਾ ਸੂਰ ਦਾ ਮਾਸ ਆ ਉਹਦੇ ਇਸ ਵੇਲੇ ਪ੍ਰਾਈਸ ਦੱਸਦੇ ਆ ਘੱਟ ਆ। ਚਿਕਨ ਦੇ ਪ੍ਰਾਈਸਿਸ ਜਿਹੜੇ ਨੇ ਉਹ ਸਟੇਬਲ ਨੇ। ਪਿਛਲੇ ਸਾਲ 2021 ਦੇ ਵਿੱਚ ਚਿਕਨ ਦੇ ਪ੍ਰਾਈਸਿਸ ਦੱਸਦੇ ਆ ਕਿ ਉੱਤੇ ਚਲੇ ਗਏ ਸੀ 8 ਤੋਂ 9% ਤੱਕ। ਇਹ ਇਸ ਵੇਲੇ 8 ਤੋਂ 9% 2022 ਦੇ ਵਿੱਚ ਹੁਣ ਦੇਖਣ ਨੂੰ ਨਹੀਂ ਮਿਲ ਰਿਹਾ। ਇਹ ਕਿਤੇ ਨਾ ਕਿਤੇ ਚੀਪਰ ਨੇ। ਰੌਲਾ ਸਾਰਾ ਫਿਰ ਉਹੀ ਆ ਡਿਮਾਂਡ ਤੇ ਸਪਲਾਈ ਦਾ। ਜਿੱਥੇ ਕਿਤੇ ਡਿਮਾਂਡ ਤੇ ਸਪਲਾਈ ਡਿਸਟਰਬ ਹੁੰਦੀ ਆ ਉੱਥੇ ਸਮੱਸਿਆ ਆਉਂਦੀ ਆ। ਇਹ ਵੀ ਦੱਸਦੇ ਆ ਕਿ ਆਉਣ ਵਾਲੇ ਫਾਲ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ ਹੋਰ ਵਧਣੀਆਂ ਸ਼ੁਰੂ ਹੋ ਜਾਣਗੀਆਂ। ਜਿਹੜੇ ਡੇਅਰੀ ਪ੍ਰਾਈਸਿਸ ਨੇ ਉਹ ਖਾਸ ਤੌਰ ਦੇ ਉੱਤੇ ਚੱਲ ਜਾਣਗੇ। ਦੁੱਧ, ਦਹੀਂ, ਪਨੀਰ, ਇਹ ਚੀਜ਼ਾਂ, ਚੀਜ਼, ਯੋਗਰਟ, ਕਰੀਮ, ਇਹ ਸਾਰੀਆਂ ਚੀਜ਼ਾਂ ਇਸ ਵੇਲੇ ਉੱਪਰ ਜਾ ਸਕਦੀਆਂ। ਸੋ ਇਸ ਵੇਲੇ ਇਸ ਥਾਂ ਦੇ ਉੱਤੇ ਕਿਉਂਕਿ ਇਹ ਮਾਮਲਾ ਕਿਉਂ ਸਾਹਮਣੇ ਆਉਂਦਾ, ਸਾਨੂੰ ਇਹ ਗੱਲਾਂ ਬਾਤਾਂ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਕਿ ਫਲਾਣੀ ਸਬਜ਼ੀ ਸਸਤੀ ਲੱਗੀ ਆ ਜਾਂ ਫਲਾਣੀ ਮਹਿੰਗੀ ਹੋ ਜਾਂਦੀ ਆ ਦਿਨ 'ਚ? ਲੋਕ ਸੋਚ ਰਹੇ ਨੇ ਇਸ ਵੇਲੇ। ਲੋਕਾਂ ਨੂੰ ਸੋਚਣਾ ਪੈ ਰਿਹਾ ਜਿਹੜੀਆਂ ਬੇਸਿਕ ਗਰੋਸਰੀਜ਼ ਨੇ ਐਵਰੇਜ ਕੈਨੇਡੀਅਨ ਸਾਰੇ ਸਮੇਂ ਤੋਂ ਜ਼ਿਆਦਾ ਉਹਦੇ ਲਈ ਪੇ ਕਰ ਰਿਹਾ। ਜਿਹੜੀ ਇਸ ਵੇਲੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਹਾਈਐਸਟ ਆ ਕਈ ਦਹਾਕਿਆਂ ਦੇ ਵਿੱਚ। ਜਿਹੜੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਸੀਂ ਦੇਖਦੇ ਹਾਂ, ਫੂਡ ਬੈਂਕ ਕੈਨੇਡਾ ਕਹਿ ਰਹੀ ਆ ਕਿ 7 ਮਿਲੀਅਨ ਕੈਨੇਡੀਅਨ ਇਸ ਵੇਲੇ ਰਿਪੋਰਟ ਹੋ ਰਹੀ ਆ ਜਿਹੜੇ ਇਸ ਵੇਲੇ ਭੁੱਖੇ ਨੇ। ਮਤਲਬ 7 ਮਿਲੀਅਨ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੱਜਵਾਂ ਭੋਜਨ ਨਹੀਂ ਮਿਲ ਰਿਹਾ ਕਿਉਂਕਿ ਇਸ ਵੇਲੇ ਮਹਿੰਗਾਈ ਆ। ਅੰਕੜੇ ਦੱਸ ਰਹੇ ਨੇ ਕਿ ਜਿਹੜੇ ਲੋਕ ਗਰੋਸਰੀ ਕਰਨ ਇੱਕ ਸਟੋਰ ਦੇ ਉੱਤੇ ਜਾਂਦੇ ਸੀ, ਇੱਧਰ ਉੱਧਰ ਦੇਖਦੇ ਨਹੀਂ ਸੀ, ਉਹਨਾਂ ਨੇ ਫਲਾਇਰ ਵੀ ਦੇਖਣੇ ਸ਼ੁਰੂ ਕੀਤੇ ਆ, ਰੇਟ ਵੀ ਦੇਖ ਰਹੇ ਆ, ਚੀਜ਼ ਸਸਤੀ ਵੀ ਖਰੀਦ ਰਹੇ ਆ। ਅਸੀਂ ਇਸ ਵੇਲੇ ਮਹਿੰਗਾਈ ਦੇ ਇੱਕ ਬਹੁਤ ਔਖੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ। ਜਿਹੜੇ ਲੋਕ ਫਾਈਨੈਂਸ਼ੀਅਲੀ ਥੋੜ੍ਹੇ ਬਹੁਤੇ ਸੌਖੇ ਆ ਉਹ ਸ਼ਾਇਦ ਇਸ ਮਹਿੰਗਾਈ ਨੂੰ ਮਹਿਸੂਸ ਨਹੀਂ ਕਰ ਰਹੇ, ਪਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ ਬਜਟ ਪੂਰਾ ਹੀ ਹੁੰਦਾ। ਇੱਕ ਪਾਸਿਓਂ ਪੇ ਚੈੱਕ ਆਉਂਦਾ ਤੇ ਦੂਜੇ ਪਾਸੇ ਪੇ ਚੈੱਕ ਚੱਲਿਆ ਜਾਂਦਾ। ਅੱਧੇ ਦੇ ਲਗਭਗ ਕੈਨੇਡੀਅਨ $400-500 ਮਹੀਨੇ ਦਾ ਵਾਧੂ ਨਹੀਂ ਕੱਢ ਸਕਦੇ। ਜੇ ਕਿਤੇ ਉਹਨਾਂ ਨੂੰ ਲੋੜ ਪੈ ਜਾਵੇ ਜਾਂ ਕੋਈ ਐਮਰਜੈਂਸੀ ਆ ਜਾਵੇ, ਉਹਨਾਂ ਦਾ ਪੇ ਚੈੱਕ ਟੂ ਪੇ ਚੈੱਕ ਗੁਜ਼ਾਰਾ ਆ। ਸਾਰੀਆਂ ਕਮਿਊਨਿਟੀਜ਼ ਇਹਦੇ ਵਿੱਚ ਆਉਂਦੀਆਂ ਆ। ਅਸੀਂ ਜਦੋਂ ਪੰਜਾਬੀ ਜਾਂ ਭਾਰਤੀ ਭਾਈਚਾਰੇ ਬਾਰੇ ਸੋਚਦੇ ਹਾਂ, ਸਾਡੇ ਵਿੱਚ ਇਸ ਤਰ੍ਹਾਂ ਦੀ ਹਾਲਤ ਨਹੀਂ ਹੁੰਦੀ, ਪਰ ਬਾਕੀ ਭਾਈਚਾਰਿਆਂ ਦੇ ਵਿੱਚ ਇਹ ਇਸੇ ਤਰ੍ਹਾਂ ਚੱਲਦਾ। ਔਰ 7 ਮਿਲੀਅਨ ਕੈਨੇਡੀਅਨ ਜਦ ਜਿਹੜੀ ਰਿਪੋਰਟ ਸਾਡੇ ਕੋਲ ਆ ਰਹੀ ਆ ਸਟੈਟਿਸਟਿਕਸ ਕੈਨੇਡਾ ਦੀ, ਫੂਡ ਬੈਂਕ ਕੈਨੇਡਾ ਦੀ ਰਿਪੋਰਟ ਦੱਸ ਰਹੀ ਆ ਕਿ 7 ਮਿਲੀਅਨ ਯਾਨੀ ਕਿ 70 ਲੱਖ ਕੈਨੇਡਾ ਦੇ ਵਿੱਚ ਬੰਦਾ ਇਸ ਵੇਲੇ ਰੱਜਵੀਂ ਰੋਟੀ ਜਿਹੜਾ ਵੀ ਖਾਣਾ ਮਤਲਬ ਉਹ ਖਾਂਦੇ ਆ ਉਹ ਨਹੀਂ ਖਾ ਰਿਹਾ। ਅਸੀਂ ਇੱਕ ਬਹੁਤ ਔਖੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਜਿੱਥੇ ਮਹਿੰਗਾਈ ਇਸ ਵੇਲੇ ਕਾਫੀ ਜ਼ਿਆਦਾ ਆ। ਇਹ ਜਿਹੜੀ ਗੱਲਬਾਤ ਆ ਇਹਦੇ ਉੱਤੇ ਚਰਚਾ ਵੀ ਹੋ ਰਹੀ ਆ। ਨਵੀਆਂ ਟਰਮਸ, ਨਵੀਆਂ ਗੱਲਾਂ ਬਾਤਾਂ, ਨਵੀਆਂ ਜਿਹੜੀਆਂ ਰਿਪੋਰਟਸ ਨੇ ਉਹ ਇਸ ਵੇਲੇ ਇਸ ਮਹਿੰਗਾਈ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀਆਂ ਨੇ। ਬੈਂਕ ਆਫ ਕੈਨੇਡਾ ਇੰਟਰਸਟ ਰੇਟ, ਜਿਹੜਾ ਕੀ ਇੰਟਰਸਟ ਰੇਟ ਆ ਉਹਨੂੰ 3/4% ਪੁਆਇੰਟ ਵਧਾ ਰਹੀ ਆ ਬੁੱਧਵਾਰ ਨੂੰ। ਅੱਜ ਸੋਮਵਾਰ ਆ ਤੇ ਪਰਸੋਂ ਨੂੰ ਇਹ ਇੰਟਰਸਟ ਰੇਟ ਵੱਧ ਜਾਣਾ। ਇਸ ਗੱਲ ਬਾਰੇ ਮਾਹਰ ਦੱਸ ਰਹੇ ਆ ਤੇ ਵਧਣਾ ਵੀ 3/4 ਆ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਆ। ਪਿਛਲੇ 40 ਸਾਲਾਂ ਦੇ ਵਿੱਚ ਕਦੇ ਵੀ ਇੰਨੀ ਮਹਿੰਗਾਈ ਨਹੀਂ ਹੋਈ। 7.7% ਇਨਫਲੇਸ਼ਨ ਜਿਹੜੀ ਮਈ ਦੇ ਵਿੱਚ ਸੀਗੀ। ਇਹਦਾ ਮਤਲਬ ਇਹ ਆ ਕਿ ਇਹਨੂੰ ਮਹਿੰਗਾਈ ਨੂੰ ਘਟਾਉਣ ਦੇ ਲਈ ਇੰਟਰਸਟ ਰੇਟ ਵੀ ਓਨੇ ਜ਼ਿਆਦਾ ਵਧਾਏ ਜਾਣੇ ਆ। ਬੈਂਕ ਆਫ ਕੈਨੇਡਾ ਨੇ ਕੀ ਇੰਟਰਸਟ ਰੇਟ 0.5% ਪੁਆਇੰਟ ਜੂਨ 1 ਨੂੰ ਵਧਾਇਆ ਸੀ ਤੇ ਹੁਣ ਪਰਸੋਂ ਨੂੰ ਜਾਣੀ ਕਿ ਬੁੱਧਵਾਰ ਨੂੰ ਇਹ ਫੇਰ ਵੱਧ ਜਾਣਾ ਆ। ਜਿਹੜਾ ਜੂਨ 1 ਨੂੰ ਜਦੋਂ ਵਧਿਆ ਸੀ 0.5% ਮਤਲਬ 0.5% ਪੁਆਇੰਟ ਵਧਿਆ ਸੀ ਤਾਂ ਫਿਰ 1.5% ਦੇ ਉੱਤੇ ਆ ਗਿਆ ਸੀ। ਉਹਦੇ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਸੀ ਕਿ ਇਸੇ ਡਾਇਰੈਕਸ਼ਨ ਦੇ ਵਿੱਚ ਹੋਰ ਇੰਟਰਸਟ ਰੇਟ ਵਧਣਾ ਆ। ਇੰਟਰਸਟ ਰੇਟ ਇੱਕ ਬੜਾ ਜ਼ਬਰਦਸਤ ਸਟੈਪ ਆ ਮਹਿੰਗਾਈ ਨੂੰ ਵਾਪਸ ਆਪਣੇ ਟਿਕਾਣੇ ਦੇ ਉੱਤੇ ਲਿਆਉਣ ਦੇ ਲਈ। ਵੱਖ-ਵੱਖ ਮਾਹਰ ਵੱਖ-ਵੱਖ ਦੱਸ ਰਹੇ ਆ
ਕੈਨੇਡਾ ਦੇ ਵਿੱਚ ਇੱਕ ਪਿੱਛੇ ਜਿਹਾ ਸਰਵੇ ਕੀਤਾ ਗਿਆ, ਉਹ ਸਰਵੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੀ ਆਲੋਚਨਾ ਵੀ ਕੀਤੀ ਸੀ ਕਿ ਇਸੇ ਤਰ੍ਹਾਂ ਅੰਨ੍ਹੇਵਾਹ ਇੰਟਰਸਟ ਰੇਟ ਵਧਾਉਣ ਦੇ ਨਾਲ ਮਹਿੰਗਾਈ ਕਾਬੂ 'ਚ ਆਉਣੀ ਕਿ ਨਹੀਂ ਆਉਣੀ, ਰਿਸੈਸ਼ਨ ਜ਼ਰੂਰ ਆ ਸਕਦਾ, ਕਿ ਇਹਦੇ ਬਾਰੇ ਸੋਚਿਆ ਜਾਣਾ ਚਾਹੀਦਾ। ਜਿਹੜੇ ਗਵਰਨਰ ਨੇ ਬੈਂਕ ਆਫ ਕੈਨੇਡਾ ਦੇ ਟਿਫ ਮੈਕਲਨ, ਉਹਨਾਂ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਉੱਠੇ ਸੀ। ਵਿਰੋਧੀ ਧਿਰ ਵੀ ਇਸ ਗੱਲ ਦੀ ਆਲੋਚਨਾ ਕਿਤੇ ਨਾ ਕਿਤੇ ਕਰਦੀ ਨਜ਼ਰ ਆਈ ਹੈ। ਹੁਣ ਜੇ 0.75 ਇੰਟਰਸਟ ਰੇਟ ਪਰਸੋਂ ਨੂੰ ਵੱਧ ਜਾਂਦਾ ਆ ਤਾਂ ਇਹਦਾ ਸਿੱਧਾ ਅਸਰ ਮੌਰਗੇਜ ਦੇ ਉੱਤੇ ਪਊਗਾ। ਜਿਨ੍ਹਾਂ ਲੋਕਾਂ ਨੇ ਮੌਰਗੇਜ ਲੈਣੀ ਆ, ਜਿਨ੍ਹਾਂ ਲੋਕਾਂ ਕੋਲ ਓਪਨ ਮੌਰਗੇਜ ਆ, ਜਿਨ੍ਹਾਂ ਲੋਕਾਂ ਕੋਲ ਲਾਈਨ ਆਫ ਕ੍ਰੈਡਿਟ ਆ, ਤੁਹਾਡੇ ਕ੍ਰੈਡਿਟ ਕਾਰਡ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪਊਗਾ। ਤੁਹਾਡੀਆਂ ਪੇਮੈਂਟਾਂ ਇਹਦੇ ਨਾਲ ਬਦਲ ਜਾਣਗੀਆਂ। ਸੋ ਜਿਹੜੀ ਇਹ ਫੋਰਕਾਸਟ ਕੀਤਾ ਜਾ ਰਿਹਾ 0.75% ਪੁਆਇੰਟ, ਇਹਦੇ ਨਾਲ ਇਸ ਕਰਕੇ ਕੀਤਾ ਜਾ ਰਿਹਾ, ਕੈਨੇਡਾ ਬੇਸਿਕਲੀ ਦੂਜੀਆਂ ਦੇਸ਼ਾਂ ਨੂੰ ਫੋਲੋ ਕਰ ਰਿਹਾ। ਕੈਨੇਡਾ ਦੀ ਹਾਲਤ ਮਹਿੰਗਾਈ ਦੇ ਮਾਮਲੇ ਦੇ ਵਿੱਚ ਅਜੇ ਵੀ ਕਾਫੀ ਬਿਹਤਰ ਮੰਨੀ ਜਾਂਦੀ ਹੈ ਜੇਕਰ ਇਹਨੂੰ ਇੰਗਲੈਂਡ ਦੇ ਨਾਲ, ਯੂਕੇ ਦੇ ਨਾਲ ਜਾਂ ਇੱਧਰ ਅਮਰੀਕਾ ਦੇ ਨਾਲ ਕੰਪੇਅਰ ਕੀਤਾ ਜਾਂਦਾ। ਕੈਨੇਡਾ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਣਾ ਕਿ 0.75 ਇੰਟਰਸਟ ਰੇਟ ਵਧੂਗਾ। ਪਿੱਛੇ ਜਿਹੇ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਨੇ ਇਹ ਐਸੇ ਤਰ੍ਹਾਂ ਇੰਟਰਸਟ ਰੇਟ ਵਧਾਇਆ ਆ ਅਤੇ ਉਹਨੂੰ ਇਹ ਫੋਲੋ ਕਰ ਰਹੇ ਆ ਕਿ ਜੇ ਉੱਥੇ ਉਹਨਾਂ ਨੇ 0.75 ਵਧਾ ਦਿੱਤਾ ਅਤੇ ਉੱਥੇ ਰਿਸੈਸ਼ਨ ਨਹੀਂ ਆਇਆ ਅਤੇ ਉੱਥੇ ਮਹਿੰਗਾਈ ਕਾਬੂ ਦੇ ਵਿੱਚ ਆ ਰਹੀ ਆ, ਅਤੇ ਸਾਨੂੰ ਵੀ ਇਹੀ ਫਾਰਮੂਲਾ ਵਰਤਣਾ ਚਾਹੀਦਾ। ਇਸ ਵੇਲੇ ਜਿਹੜੀ ਇਕੋਨਮੀ ਆ ਉਹ ਫੁੱਲ ਇੰਪਲੋਇਮੈਂਟ ਵੇਜਸ ਹੈਗੇ ਆ, ਜਿਹੜੇ ਪੂਰਾ ਇੱਕ ਇਨਫਲੇਸ਼ਨ ਵੀ ਦੂਜੇ ਪਾਸੇ ਬਹੁਤ ਵਧੀ ਆ। ਸੋ ਕਿਤੇ ਨਾ ਕਿਤੇ ਜਿਹੜੀ ਬੈਂਕ ਆਫ ਕੈਨੇਡਾ ਆ ਉਹ ਬੜੇ ਕਲੀਅਰ ਨੇ ਇਸ ਮਾਮਲੇ ਦੇ ਵਿੱਚ, ਅਤੇ ਉਹਨਾਂ ਨੂੰ ਲੱਗਦਾ ਆ ਕਿ ਅਸੀਂ ਇਹਨੂੰ ਜਿਹੜੀ ਇਸ ਵੇਲੇ ਮਾਰਕੀਟ ਦੇ ਵਿੱਚ ਜੋ ਕੁਛ ਹਿਲਜੁਲ ਹੋਈ ਹੈ, ਜਿੰਨੀ ਮਹਿੰਗਾਈ ਵਧੀ ਆ, ਉਹਨੂੰ ਕਾਬੂ ਕਰਨ ਦੇ ਲਈ ਇੰਟਰਸਟ ਰੇਟ ਜ਼ਰੂਰ ਵਧਾਵਾਂਗੇ, ਤਾਂ ਕਿ ਇਹਦੇ ਨਾਲ ਜਦੋਂ ਇੰਟਰਸਟ ਰੇਟ ਵਧੂਗਾ ਲੋਕ ਪੈਸਾ ਨਹੀਂ ਖਰਚਣਗੇ, ਕ੍ਰੈਡਿਟ ਕਾਰਡਾਂ ਨੂੰ ਘੱਟ ਵਰਤਣਗੇ, ਮੌਰਗੇਜ ਜਿਹੜੀ ਆ ਘੱਟ ਲੈਣਗੇ, ਐਕਟੀਵਿਟੀ ਜਿਹੜੀ ਹਿਲਜੁਲ ਘੱਟ ਹੋਊਗੀ ਮਾਰਕੀਟ ਦੇ ਵਿੱਚ। ਅਤੇ ਜਦੋਂ ਇਹ ਹਿਲਜੁਲ ਘੱਟ ਹੁੰਦੀ ਆ, ਭਾਵ ਚੀਜ਼ਾਂ ਖਰੀਦੀਆਂ ਵੇਚੀਆਂ ਨਹੀਂ ਜਾਣਗੀਆਂ, ਤਾਂ ਚੀਜ਼ਾਂ ਦੀ ਜਿਹੜੀ ਬਹੁਤਾਤ ਹੋ ਜਾਊਗੀ। ਜਿਹੜੀਆਂ ਚੀਜ਼ਾਂ ਜੋ ਕੁਛ ਵੀ ਮਾਰਕੀਟ ਦੇ ਵਿੱਚ ਪਿਆ ਸੀ ਉਹ ਇਸ ਵੇਲੇ ਮਹਿੰਗਾ ਕਿਉਂ ਆ, ਇਸ ਕਰਕੇ ਆ ਕਿ ਉਹਨੂੰ ਖਰੀਦਣ ਵਾਲੇ ਜ਼ਿਆਦਾ ਨੇ ਅਤੇ ਪਿੱਛੋਂ ਚੀਜ਼ ਘੱਟ ਆ ਰਹੀ ਹੈ। ਇੱਕ ਤਾਂ ਤਰੀਕਾ ਇਹ ਆ ਕਿ ਉਹ ਸਪਲਾਈ ਚੇਨ ਨੂੰ ਠੀਕ ਠਾਕ ਕੀਤਾ ਜਾਵੇ, ਜਿਹੜੀ ਚੀਜ਼ ਘੱਟ ਆ ਰਹੀ ਉਹਨੂੰ ਵਧਾਇਆ ਜਾਵੇ, ਕਿਉਂਕਿ ਕਾਰਾਂ ਦੀਆਂ ਚਿਪਸ ਨਹੀਂ ਮਿਲ ਰਹੀਆਂ। ਉਦਾਹਰਨ ਵਜੋਂ ਜੇ ਉਹ ਜਿਹੜੀ ਚਿਪ ਨਹੀਂ ਮਿਲ ਰਹੀ ਤਾਂ ਨਵੀਆਂ ਕਾਰਾਂ ਨਹੀਂ ਬਣ ਰਹੀਆਂ। ਇੱਕ ਤਰੀਕਾ ਤਾਂ ਮਹਿੰਗਾਈ ਨੂੰ ਘੱਟ ਕਰਨ ਦਾ ਇਹ ਆ, ਕਾਰਾਂ ਦੀਆਂ ਕੀਮਤਾਂ ਥੱਲੇ ਲਿਆਉਣ ਦਾ, ਵੀ ਉਹ ਜਿਹੜੀ ਸਪਲਾਈ ਚੇਨ ਆ ਉਹਨੂੰ ਬਰਕਰਾਰ ਕੀਤਾ ਜਾਵੇ। ਦੂਜਾ ਤਰੀਕਾ ਇਹ ਆ ਕਿ ਇੰਟਰਸਟ ਰੇਟ ਵਧਾ ਦਿੱਤਾ ਜਾਵੇ। ਇੰਟਰਸਟ ਰੇਟ ਵਧਣ ਦੇ ਨਾਲ ਲੋਕ ਘੱਟ ਖਰੀਦਣਗੇ, ਉਹ ਚੀਜ਼ ਦੀ ਆਪਣੇ ਆਪ ਹੀ ਬਹੁਤਾਤ ਹੋ ਜੂਗੀ। ਜਦੋਂ ਚੀਜ਼ਾਂ ਬਹੁਤੀਆਂ ਹੋ ਜਾਣਗੀਆਂ ਫਿਰ ਸਸਤੀਆਂ ਹੋ ਜਾਣਗੀਆਂ ਅਤੇ ਮਹਿੰਗਾਈ ਕਾਬੂ ਦੇ ਵਿੱਚ ਆ ਜਾਊਗੀ। ਇਹ ਆਮ ਤੌਰ ਦੇ ਉੱਤੇ ਫਾਰਮੂਲਾ ਵਰਤਿਆ ਜਾਂਦਾ, ਇਹੀ ਫਾਰਮੂਲਾ ਇਸ ਵੇਲੇ ਵਰਤਿਆ ਜਾ ਰਿਹਾ। ਪਰ ਇਹਦੇ ਨਾਲ ਇਹ ਵੀ ਆ ਕਿ ਦੂਜੇ ਪਾਸੇ ਰਿਸੈਸ਼ਨ ਦਾ ਖਤਰਾ ਵੀ ਬਣਿਆ ਰਹਿੰਦਾ ਕਿ ਇੱਕਦਮ ਸਾਰਾ ਕੁਝ ਰੁਕ ਸਕਦਾ ਆ, ਲੋਕਾਂ ਦੀ ਚੀਜ਼ਾਂ ਜਿਹੜੀਆਂ ਵੱਸੋਂ ਬਾਹਰੋਂ ਹੋ ਸਕਦੀਆਂ। ਮਹਿੰਗਾਈ ਅਮਰੀਕਾ ਦੇ ਵਿੱਚ ਵੀ ਇਸ ਵੇਲੇ ਰੈਕਡ ਹਾਈ ਆ, 8.6% ਮਈ ਦੇ ਵਿੱਚ ਸੀਗੀ ਅਤੇ 9.1% ਯੂਨਾਈਟਿਡ ਕਿੰਗਡਮ ਦੇ ਵਿੱਚ ਦੱਸਦੇ ਆ। G7 ਕੰਟਰੀਜ਼ ਦੇ ਵਿੱਚ ਯੂਕੇ ਦੇ ਵਿੱਚ ਸਭ ਤੋਂ ਵੱਧ ਮਹਿੰਗਾਈ ਆ, 9.1% ਦੇ ਉੱਤੇ। ਬੈਂਕ ਆਫ ਕੈਨੇਡਾ ਇਸ ਵੇਲੇ ਜਿਹੜੀ ਡੋਮੈਸਟਿਕ ਅਤੇ ਇੰਟਰਨੈਸ਼ਨਲ ਫੈਕਟਰਸ ਨੂੰ ਸਟੱਡੀ ਕਰ ਰਿਹਾ ਆ ਕਿ ਜਿਹੜੀ ਮਹਿੰਗਾਈ ਵੱਧ ਰਹੀ ਆ ਉਹਦੇ ਕੋਲ ਸਾਡੇ ਇੱਥੇ ਫੈਕਟਰ ਕਿੰਨੇ ਕੁ ਜ਼ਿੰਮੇਵਾਰ ਨੇ, ਅਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਫੈਕਟਰਸ ਨੇ, ਗਲੋਬਲੀ ਕੁਝ ਫੈਕਟਰ ਨੇ, ਸਪਲਾਈ ਚੇਨ ਆ, ਯੂਕਰੇਨ ਰੂਸ ਦਾ ਯੁੱਧ ਆ, ਉਹ ਸਾਰਾ ਕੁਝ ਕਿੰਨਾ ਕੁ ਜ਼ਿੰਮੇਵਾਰ ਆ। ਉਹਨੂੰ ਦੇਖਣ ਤੋਂ ਬਾਅਦ ਪਤਾ ਨਹੀਂ ਹੁਣ 0.75 ਵਧਾਉਂਦੇ ਆ ਜਾਂ ਨਹੀਂ ਵਧਾਉਂਦੇ, ਪਰ ਬਹੁਤੇ ਮਾਹਰ ਇਸ ਗੱਲ ਦੇ ਉੱਤੇ ਇੱਕਮਤ ਨੇ ਕਿ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਇੰਨਾ ਵਧਾ ਦੇਣਾ। ਜੇ ਬਹੁਤ ਸਾਰੇ ਇਕੋਨੋਮਿਸਟ ਨੇ ਉਹ ਦੱਸ ਰਹੇ ਆ ਕਿ ਜਿਹੜੀ ਬੈਂਕ ਆਫ ਕੈਨੇਡਾ ਜਿਹੜੀ ਮਹਿੰਗਾਈ ਆ, ਜਿਹੜੀ ਡੋਮੈਸਟਿਕ ਫੈਕਟਰਸ ਕਰਕੇ ਵਧੀ ਆ, ਉਹਨੂੰ ਥੱਲੇ ਲਿਆ ਸਕਦੀ ਆ। ਉਹ ਇਹਦੇ ਨਾਲ ਹੋ ਜਾਊਗਾ ਵੀ ਜਿਹੜੀ ਇੱਥੇ ਕੁਛ ਨਾ ਕੁਛ ਹੋ ਜਾਊਗਾ, ਪਰ ਜਿਹੜੇ ਫੈਕਟਰਸ ਗਲੋਬਲ ਫੈਕਟਰਸ ਨੇ, ਜਿਵੇਂ ਆਇਲ ਪ੍ਰਾਈਸ ਆ, ਉੱਥੇ ਕੰਮ ਥੋੜ੍ਹਾ ਜਿਹਾ ਮੁਸ਼ਕਲ ਆ, ਉਹ ਚੀਜ਼ ਇਹਨਾਂ ਦੇ ਵੱਸ ਦੇ ਵਿੱਚ ਹੀ ਨਹੀਂ ਆ। ਉਹਨੂੰ ਇਹ ਕੀ ਕਰਨਗੇ, ਜਿੰਨੀਆਂ ਗੱਡੀਆਂ ਚੱਲਣੀਆਂ ਉਨੀਆਂ ਚੱਲਣੀਆਂ ਹੀ ਆ। ਉਹਦੇ ਨਾਲ ਜਿਹੜੀ ਆ ਪਿੱਛੋਂ ਡਿਮਾਂਡ, ਉਹਦੀ ਸਪਲਾਈ ਵਧੂਗੀ ਤੇਲ ਆਇਲ ਦੀ, ਤਾਂ ਹੀ ਇਹ ਜਿਹੜਾ ਸਾਰਾ ਕੁਛ ਹੋਊਗਾ। ਲੋਕਾਂ ਨੂੰ ਮਹਿੰਗਾ, ਗੈਸ ਮਹਿੰਗੀ ਕਰਕੇ ਕਿ ਲੋਕ ਘੱਟ ਵਰਤਣ, ਸ਼ਾਇਦ ਇਹ ਤਰੀਕਾ ਕੰਮ ਨਾ ਕਰੇ। ਮਾਹਰ ਇਹਦੇ ਬਾਰੇ ਬਹੁਤ ਜ਼ਿਆਦਾ ਡਿਸਕਸ਼ਨ ਵੀ ਕਰ ਰਹੇ ਨੇ। ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਇਕਨੋਮਿਕਸ ਦੇ ਪ੍ਰੋਫੈਸਰ ਨੇ ਉਹ ਇਹਦੇ ਬਾਰੇ ਆਪਣੀ ਰੀਜ਼ਨਿੰਗ ਦੇ ਰਹੇ ਆ ਕਿ ਜਿਹੜੀ ਜੇ ਬੈਂਕ 50 ਬੇਸਿਸ ਪੁਆਇੰਟ ਤੋਂ ਉੱਤੇ ਚਲ ਜਾਣੀ, 0.5% ਤੋਂ ਉੱਤੇ ਚਲੇ ਜਾਂਦੀ ਆ, ਤਾਂ ਉਹ ਥੋੜ੍ਹਾ ਜਿਹਾ ਲੋਕਾਂ ਦੇ ਲਈ ਮੁਸ਼ਕਲ ਹੋ ਸਕਦਾ ਆ।
ਜਿਹੜਾ ਰੀਸੈਂਟ ਸਰਵੇ ਬੈਂਕ ਆਫ ਕੈਨੇਡਾ ਨੇ ਸਭ ਤੋਂ ਜਿਹੜਾ ਰੀਸੈਂਟ ਬਿਜ਼ਨਸ ਆਊਟਲੁੱਕ ਦਾ ਸਰਵੇ ਕੀਤਾ ਸੀ, ਉਹਦੇ ਵਿੱਚ ਦੱਸਦਾ ਸੀ, ਉਹਦੇ ਵਿੱਚ ਦੱਸਿਆ ਇਹ ਜਾ ਰਿਹਾ ਸੀ ਕਿ ਜਿਹੜੀ ਮਹਿੰਗਾਈ ਆ ਇਹ ਰਹੂਗੀ ਇਸੇ ਤਰ੍ਹਾਂ ਜਿਸ ਤਰ੍ਹਾਂ ਐਕਸਪੈਕਟ ਲੋਕ ਕਰ ਰਹੇ ਆ। ਤੇ ਇਹ ਜਿਹੜਾ ਇਹਦੇ ਨਾਲ ਸਰਵੇ ਦੇ ਵਿੱਚ ਲੋਕਾਂ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਸੀ ਕਿ ਜੇ ਬੈਂਕ ਆਫ ਕੈਨੇਡਾ ਇਸੇ ਤਰੀਕੇ ਦੇ ਨਾਲ ਇੰਟਰਸਟ ਰੇਟ ਵਧਾਉਂਦੀ ਰਹੀ ਤਾਂ ਕੈਨੇਡਾ ਰਿਸੈਸ਼ਨ ਦੇ ਵਿੱਚ ਜਾ ਸਕਦਾ ਆ, ਇੱਕ ਕੋਲੈਟਰਲ ਡੈਮੇਜ ਹੋ ਸਕਦਾ ਆ, ਜਿਹਦੇ ਵਿੱਚ 8.5 ਲੱਖ ਨੌਕਰੀਆਂ ਜਾਣ ਦਾ ਖਤਰਾ ਵੀ ਬਣਿਆ ਹੋ ਸਕਦਾ ਆ। ਹੁਣ ਜਿਹੜੀ ਫਰਾਈਡੇ ਨੂੰ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਸੀ ਕਿ ਅਨਐਮਪਲੋਇਮੈਂਟ ਰੇਟ ਜੂਨ ਦੇ ਵਿੱਚ ਥੱਲੇ ਨੂੰ ਗਿਆ, ਰੈਕਡ ਲੋ ਹੋਇਆ, 4.9% ਦੇ ਉੱਤੇ ਚਲੇ ਗਿਆ। ਸਟਰੋਂਗ ਲੇਬਰ ਮਾਰਕੀਟ ਆ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਦੱਸਦੀਆਂ ਕਿ ਰਿਸੈਸ਼ਨ ਕੈਨੇਡਾ ਦੇ ਵਿੱਚ ਨਹੀਂ ਆਊਗਾ, ਪਰ ਅਸੀਂ ਇਸ ਵੇਲੇ ਇੱਕ ਬੜੇ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਿਸੇ ਪਾਸੇ ਵੀ ਜਾ ਸਕਦੀ ਆ। ਕੈਨੇਡਾ ਦੇ ਟੈਲੀਕਮਿਊਨੀਕੇਸ਼ਨ ਇਤਿਹਾਸ ਦੇ ਵਿੱਚ ਬਹੁਤ ਘੱਟ ਵਾਰੀ ਇਸ ਤਰੀਕੇ ਨਾਲ ਹੋਊਗਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਰੋਜਰਸ ਦੀਆਂ ਸਰਵਿਸਿਜ਼ ਡਾਊਨ ਰਹੀਆਂ। ਨਾ ਤਾਂ ਲੋਕ ਟੈਕਸਟ ਮੈਸੇਜ ਕਰ ਸਕਦੇ ਸੀ, ਨਾ ਇੰਟਰਨੈਟ ਚੱਲਦਾ ਸੀ, ਨਾ ਕੁਝ ਹੋਰ ਕਰਦਾ ਸੀ। ਇੱਕ ਇੰਨਾ ਕੁ ਨੁਕਸਾਨ ਜਿਹੜਾ ਸ਼ਾਇਦ ਬਿਆਨ ਨਹੀਂ ਕੀਤਾ ਜਾ ਸਕਦਾ ਲੋਕਾਂ ਦਾ, ਕੰਪਨੀਆਂ ਦਾ, ਇਹ ਸਾਰੇ ਮਾਮਲੇ ਦੇ ਵਿੱਚ ਹੋਇਆ। ਹੁਣ ਇਹ ਸਰਵਿਸਿਜ਼ ਦੁਬਾਰਾ ਅੱਜ ਜਦੋਂ ਅਸੀਂ ਸੋਮਵਾਰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਬਹੁਤ ਸਾਰੀਆਂ ਥਾਵਾਂ 'ਤੇ ਲਗਭਗ ਠੀਕ ਠਾਕ ਚੱਲ ਰਹੀਆਂ ਆ। ਪਰ ਇਹਦੇ ਨਾਲ ਹੀ ਹੁਣ ਜਿਹੜੇ ਸਕੈਮਰ ਨੇ, ਜਿਹੜੇ ਕੁਛ ਧੋਖਾਧੜੀ ਕਰਨ ਵਾਲੇ ਨੇ, ਉਹ ਵੀ ਸਰਗਰਮ ਹੋਏ ਨੇ। ਉਹ ਤੁਹਾਡੇ ਫੋਨ ਦੇ ਉੱਤੇ ਮੈਸੇਜ ਕਰਕੇ ਇਹ ਦੱਸ ਰਹੇ ਆ ਕਿ ਜੀ ਕਿਉਂਕਿ ਰੋਜਰਸ ਦੀਆਂ ਸਰਵਿਸਿਜ਼ ਡਾਊਨ ਰਹੀਆਂ ਇਸ ਕਰਕੇ ਤੁਹਾਡਾ ਨੁਕਸਾਨ ਬਹੁਤ ਹੋਇਆ ਤੇ ਉਹਦਾ ਅਸੀਂ ਹਰਜਾਨਾ ਦੇਣ ਦੇ ਲਈ ਜਾਂ ਤੁਹਾਨੂੰ ਕੰਪਨਸੇਟ ਕਰਨ ਦੇ ਲਈ ਇੰਨੇ ਡਾਲਰ ਦੇ ਰਹੇ ਹਾਂ, ਰਿਬੇਟ ਦੇ ਰਹੇ ਹਾਂ, ਆਹ ਚੈੱਕ ਦੇ ਰਹੇ ਹਾਂ ਜਾਂ ਆਹ ਦਿੱਤਾ ਆ, ਇਹ ਤੁਸੀਂ ਇਹਦੇ 'ਤੇ ਕਲਿੱਕ ਕਰੋ ਤੇ ਫਿਰ ਤੁਹਾਨੂੰ ਇਸ ਤਰ੍ਹਾਂ ਕਰਕੇ ਉਹ ਡਾਲਰ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਗੇ। ਰੋਜਰਸ ਇਹ ਕਹਿ ਰਿਹਾ ਹੈ ਕਿ ਸਾਡੇ ਵੱਲੋਂ ਇੱਦਾਂ ਦਾ ਕੁਝ ਵੀ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਉਹ ਕਹਿੰਦੇ ਇਹਦਾ ਰਿਬੇਟ ਜ਼ਰੂਰ ਦੇਵਾਂਗੇ, ਪਰ ਅਗਲਾ ਜਿਹੜਾ ਤੁਹਾਡਾ ਬਿੱਲ ਆ ਉਹਦੇ ਵਿੱਚ ਹੀ ਸਾਰਾ ਕੁਝ ਆ ਜਾਊਗਾ। ਉਹ ਕਰਨ ਦੇ ਲਈ ਤੁਹਾਨੂੰ ਕੋਈ ਵੀ ਕੰਮ ਨਹੀਂ ਕਰਨਾ ਪਊਗਾ, ਨਾ ਕਿਤੇ ਸਾਈਨ ਅਪ ਕਰਨਾ ਪਊਗਾ, ਨਾ ਕਿਤੇ ਕੰਪਲੇਂਟ ਕਰਨੀ ਪਊਗੀ, ਭਾਵ ਤੁਸੀਂ ਕੁਝ ਵੀ ਨਹੀਂ ਕਰਨਾ। ਤੇ ਜੇ ਕੋਈ ਇਸ ਤਰ੍ਹਾਂ ਦਾ ਮੈਸੇਜ ਤੁਹਾਡੇ ਕੋਲ ਆਉਂਦਾ ਆ ਤਾਂ ਉਹਦੇ ਕੋਲੋਂ ਬਚਿਆ ਜਾਵੇ। ਕਸਟਮਰਸ ਉਹਨਾਂ ਨੇ ਖਾਸ ਤੌਰ ਦੇ ਉੱਤੇ ਬੇਨਤੀ ਕੀਤੀ ਹੈ ਜਿਹੜੇ ਸਸਪੀਸ਼ੀਅਸ ਟੈਕਸਟ ਮੈਸੇजेस ਆ ਰਹੇ ਆ, ਜਿਹੜੇ ਸਪੈਮ ਆ ਰਿਹਾ ਔਰ ਫਾਰਵਰਡ ਹੋ ਰਹੇ ਆ, ਇਸ ਤਰੀਕੇ ਦੇ ਨਾਲ ਉਹਨਾਂ ਤੋਂ ਬਚਿਆ ਜਾਵੇ। ਬਹੁਤ ਸਾਰੇ ਲੋਕਾਂ ਨੇ ਟਵਿੱਟਰ ਦੇ ਉੱਤੇ ਆਪਣੇ ਸਕਰੀਨ ਸ਼ਾਟ ਜਿਹੜੇ ਉਹ ਸ਼ੇਅਰ ਕੀਤੇ ਆ, ਜਿਹਦੇ ਵਿੱਚ ਪਤਾ ਲੱਗਦਾ ਆ ਕਿ ਉਹ ਦੱਸ ਰਹੇ ਆ ਕਿ ਤੁਹਾਨੂੰ ਉਹ ਉਹਦੇ ਉੱਤੇ ਕਲਿੱਕ ਕਰਨ ਲਈ ਕਹਿ ਰਹੇ ਆ ਤੇ ਫਿਰ ਦੱਸ ਰਿਹਾ ਕਿ $50 ਦਾ ਕ੍ਰੈਡਿਟ ਤੁਹਾਨੂੰ ਦੇ ਦਿੱਤਾ ਜਾਊਗਾ। ਇਹ ਜਿਹੜੇ ਮੈਸੇजेस ਨੇ, ਜਿਹੜਾ ਇਹਨੂੰ ਫਿਸ਼ਿੰਗ ਸਕੈਮਸ ਕਿਹਾ ਜਾਂਦਾ ਆ, ਅਸਲ ਦੇ ਵਿੱਚ ਫੇਕ ਟੈਕਸਟ ਮੈਸੇਜ ਹੁੰਦੇ ਆ ਜਾਂ ਈਮੇਲ ਹੁੰਦੇ ਆ ਜਿਹੜੇ ਕਿ ਤੁਹਾਡੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਤੁਹਾਡੇ ਫੋਨ ਦੇ ਵਿੱਚ ਹੈਗੀ ਆ ਉਹਨੂੰ ਕਿਸੇ ਨਾ ਕਿਸ ਤਰ੍ਹਾਂ ਉਹਦੇ ਵਿੱਚ ਕੋਈ ਜਿਹੜਾ ਸਪਾਈਵੇਅਰ ਜਾਂ ਵਾਇਰਸ ਕੋਈ ਉਹਦੇ ਵਿੱਚ ਡਾਊਨਲੋਡ ਕਰਕੇ ਉਹਦੇ ਤੋਂ ਬਾਅਦ ਲੈ ਲਈ ਜਾਂਦੀ ਹੈ ਤੇ ਤੁਹਾਡੇ ਫੋਨ ਦੇ ਵਿੱਚ ਜੋ ਕੁਝ ਤੁਹਾਡਾ ਫਾਈਨੈਂਸ਼ੀਅਲ ਇਨਫੋਰਮੇਸ਼ਨ ਪਈ ਆ, ਕੋਈ ਬੈਂਕ ਦਾ ਰੈਕਡ ਪਿਆ, ਉਹ ਸਾਰਾ ਕੁਝ ਉਹ ਲੈ ਸਕਦੇ ਆ। ਰੋਜਰ ਦੀ ਵੈਬਸਾਈਟ ਇਸ ਵੇਲੇ ਦੱਸ ਰਹੀ ਆ ਕਿ ਕੋਈ ਵੀ ਈਮੇਲ, ਟੈਕਸਟ, ਫੋਨ ਜਾਂ ਇੱਦਾਂ ਦਾ ਜਿਹੜਾ ਵੀ ਤੁਹਾਡੇ ਕੋਲੋਂ ਪਰਸਨਲ ਇਨਫੋਰਮੇਸ਼ਨ ਮੰਗਦਾ ਆ ਉਹਨੂੰ ਨਾ ਦਿੱਤਾ ਜਾਵੇ। ਰੋਜਰਸ ਕੰਪਨੀ ਨੇ ਅਜੇ ਤੱਕ ਕੋਈ ਵੀ ਇੱਦਾਂ ਦਾ ਐਲਾਨ ਨਹੀਂ ਕੀਤਾ ਵੀ ਤੁਹਾਨੂੰ ਕਿੰਨੇ ਡਾਲਰ ਦੇਣੇ ਆ ਤੇ ਉਹ ਜਾਂ ਉਹਦੇ ਲਈ ਤੁਸੀਂ ਕੋਈ ਸਾਈਨ ਅਪ ਕਰਨਾ। ਉਹਨਾਂ ਨੇ ਇਹੀ ਕਿਹਾ ਕਿ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਜੋ ਕੁਝ ਵੀ ਉਹਨਾਂ ਨੇ ਕੰਪਨਸੇਟ ਕਰਨਾ ਇਹਦੇ ਬਦਲੇ ਜਿਹੜੀਆਂ ਸਰਵਿਸਿਜ਼ ਬੰਦ ਰਹੀਆਂ ਉਹ ਤੁਹਾਡੇ ਬਿੱਲ ਦੇ ਵਿੱਚ ਆਪਣੇ ਆਪ ਉਹਨਾਂ ਨੇ ਕਰ ਦੇਣਾ ਆ, ਤੁਹਾਨੂੰ ਉਹਦੇ ਲਈ ਕੁਝ ਕਰਨ ਦੀ ਲੋੜ ਨਹੀਂ। ਜਿੰਨੇ ਵੀ ਇਹ ਤੁਹਾਡੇ ਕੋਲ ਮੈਸੇਜ ਆਉਂਦੇ ਆ ਕਿ ਕਿਉਂਕਿ ਇਹ ਸਾਰਾ ਕੁਝ ਬੰਦ ਰਿਹਾ ਆ ਤੇ ਇਸ ਕਰਕੇ ਅਸੀਂ ਤੁਹਾਨੂੰ ਇੰਨੇ ਡਾਲਰ ਦੇ ਰਹੇ ਹਾਂ, ਉਹਨਾਂ ਤੋਂ ਬਚਿਆ ਜਾਵੇ। ਇਸ ਮਾਮਲੇ ਦੇ ਵਿੱਚ ਅੱਜ ਕੈਨੇਡਾ ਇੰਡਸਟਰੀ ਮਿਨਿਸਟਰ ਜਿਹੜੇ ਨੇ ਉਹ ਮੀਟਿੰਗ ਵੀ ਕਰ ਰਹੇ ਆ ਰੋਜਰਸ ਕਮਿਊਨੀਕੇਸ਼ਨ ਦੇ ਲੀਡਰਸ ਦੇ ਨਾਲ। ਜੋ ਕੁਛ ਇਹ ਸਿਸਟਮ ਪੂਰੇ ਦਾ ਪੂਰਾ ਦੇਸ਼ ਦੇ ਵਿੱਚ ਪੈਰਾਲਾਈਜ਼ ਹੋ ਗਿਆ ਔਰ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਕੀਤਾ ਜਾਵੇ, ਇਹਦੇ ਬਾਰੇ ਬਹੁਤ ਗੰਭੀਰਤਾ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ। ਇਸ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਮੀਟਿੰਗ ਦੀ ਵੀ ਆਸ ਆ। ਅਲਟਰਨੇਟਿਵ ਚੀਜ਼ਾਂ ਬਾਰੇ ਵੀ ਸੋਚਿਆ ਜਾ ਰਿਹਾ ਕਿ ਜੇਕਰ ਅੱਗੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਵਾਪਰਦਾ ਤਾਂ ਉਹ ਕੀ ਹੁੰਦਾ। ਅਜੇ ਤੱਕ ਇਹਦੇ ਬਾਰੇ ਬਹੁਤਾ ਜ਼ਿਆਦਾ ਨਹੀਂ ਪਤਾ ਲੱਗਿਆ ਕਿ ਸਾਰੇ ਕੁਛ ਦੇ ਲਈ ਕੌਣ ਜ਼ਿੰਮੇਵਾਰ ਸੀ ਤੇ ਇਸ ਗੱਲ ਦਾ ਕੀ ਗਰੰਟੀ ਆ ਕਿ ਭਵਿੱਖ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਰੇ ਦਾ ਸਾਰਾ ਕੁਝ ਰੁਕ ਨਹੀਂ ਜਾਏਗਾ। ਪਰ ਮੁੱਖ ਦੀ ਗੱਲ, ਰੋਜਰਸ ਕਮਿਊਨੀਕੇਸ਼ਨ ਆਪਣੇ ਕਸਟਮਰ ਨੂੰ ਕਹਿ ਰਹੀ ਹੈ ਕਿ ਅਸੀਂ ਕੋਈ ਵੀ ਮੈਸੇਜ ਤੁਹਾਡੀ ਇਨਫੋਰਮੇਸ਼ਨ ਮੰਗਣ ਦੇ ਲਈ ਨਹੀਂ ਭੇਜ ਰਹੇ ਤੁਹਾਨੂੰ, ਤੇ ਨਾ ਹੀ ਕਿਸੇ ਇੱਦਾਂ ਦੇ ਮੈਸੇਜ 'ਤੇ ਕਲਿੱਕ ਕੀਤਾ ਜਾਵੇ। ਨੋ ਐਕਸ਼ਨ ਰਿਕੁਆਇਰਡ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਤੁਸੀਂ ਕੁਛ ਵੀ ਨਹੀਂ ਕਰਨਾ, ਆਪਣੇ ਆਪ ਤੁਹਾਡੇ ਅਕਾਊਂਟ ਦੇ ਵਿੱਚ ਅਗਲੇ ਬਿੱਲ ਦੇ ਵਿੱਚ ਉਹ ਇਹਨੂੰ ਪੂਰਾ ਕਰਨਗੇ। ਕੈਲਗਰੀ ਦੀ ਸਟੈਂਪੀਡ ਬਹੁਤ ਮਸ਼ਹੂਰ ਆ ਤੇ ਇਸ ਵੇਲੇ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੀ ਹੈ, ਜਿਹਦੇ ਵਿੱਚ ਐਗਜ਼ੀਬਿਸ਼ਨਸ ਹੁੰਦੀਆਂ, ਫੈਸਟੀਵਲ ਹੁੰਦੀਆਂ,
ਸਾਲਾਨਾ ਇੱਕ ਪਰੇਡ ਜਿਹੜੀ ਹੁੰਦੀ ਹੈ ਜੁਲਾਈ ਦੇ ਵਿੱਚ ਕੈਲਗਰੀ ਅਲਬਰਟਾ ਦੇ ਵਿੱਚ 10 ਦਿਨ ਦਾ ਈਵੈਂਟ ਹੁੰਦਾ, ਜਿਹਨੂੰ ਆਪਣੇ ਆਪ ਨੂੰ ਇਹਨੂੰ ਕਿਹਾ ਜਾਂਦਾ ਕਿ ਗ੍ਰੇਟੈਸਟ ਆਊਟਡੋਰ ਸ਼ੋਅ ਔਨ ਅਰਥ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਚੀਜ਼ ਆ ਕਿ ਦ ਗ੍ਰੇਟੈਸਟ ਆਊਟਡੋਰ ਸ਼ੋਅ ਔਨ ਦਾ ਅਰਥ। ਲਗਭਗ ਮਿਲੀਅਨ ਦੇ ਕਰੀਬ ਵਿਜ਼ਟਰ ਇੱਥੇ ਹਰ ਸਾਲ ਆਉਂਦੇ ਆ ਅਤੇ ਇਹ ਸਾਰੇ ਕੁਛ ਦਾ ਆਨੰਦ ਮਾਣਦੇ ਆ, ਔਰ ਹੁੰਦੇ ਪੂਰੀ ਦੁਨੀਆ ਦੇ ਵਿੱਚੋਂ ਆ। ਇੱਥੇ ਪਰੇਡ, ਸਟੇਜ ਸ਼ੋਅਜ਼ ਹੁੰਦੇ ਆ, ਕੌਨਸਰਟਸ, ਐਗਰੀਕਲਚਰਲ ਕੰਪੀਟੀਸ਼ਨਸ, ਜਿਹੜੇ ਫਸਟ ਨੇਸ਼ਨ ਐਗਜ਼ੀਬਿਸ਼ਨਸ ਹੁੰਦੀਆਂ ਆ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੱਕ ਈਵੈਂਟ ਹੁੰਦਾ ਆ, ਔਰ ਇਹ ਈਵੈਂਟ ਸ਼ੁਰੂ ਹੋ ਚੁੱਕਾ। ਬਹੁਤ ਪੁਰਾਣਾ ਈਵੈਂਟ। ਇਹਦੀਆਂ ਜੜ੍ਹਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਪਿੱਛੇ ਜਾ ਕੇ 1886 ਦੇ ਵਿੱਚ ਕੈਲਗਰੀ ਡਿਸਟ੍ਰਿਕਟ ਐਗਰੀਕਲਚਰ ਸੁਸਾਇਟੀ ਜਦੋਂ ਪਹਿਲਾਂ ਉਹਨੇ ਆਪਣਾ ਮੇਲਾ ਆਰਗੇਨਾਈਜ਼ ਕੀਤਾ ਸੀ 1912 ਦੇ ਵਿੱਚ, ਅਮਰੀਕਨ ਪ੍ਰਮੋਟਰ ਜਿਹੜੇ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀ ਇਹ। ਅਤੇ ਫਿਰ ਕੈਲਗਰੀ ਦੇ ਵਿੱਚ ਦੁਬਾਰਾ 1919 ਦੇ ਵਿੱਚ ਜਿਹੜੀ ਵਿਕਟਰੀ ਸਟੈਂਪੀਡ ਹੋਈ ਸੀ, ਸੋਲਜੀਅਰਸ ਜਿਹੜੇ ਵਾਪਸ ਆਏ ਸੀ ਵਰਲਡ ਵਾਰ 1 ਤੋਂ, ਉਹਨਾਂ ਦੇ ਆਨਰ ਦੇ ਵਿੱਚ। ਬੜਾ ਲੰਬਾ ਚੌੜਾ ਇਹਦਾ ਇਤਿਹਾਸ ਆ ਅਤੇ ਇਹ ਬਹੁਤ ਲੰਬੇ ਸਮੇਂ ਤੋਂ ਇੱਥੇ ਐਸੇ ਤਰੀਕੇ ਦੇ ਨਾਲ ਚੱਲਦੀ ਆਈ ਆ। ਹਜ਼ਾਰਾਂ ਵਲੰਟੀਅਰ ਹੁੰਦੇ, ਇਹਦੇ ਵਿੱਚ ਸਪੋਰਟਰ ਹੁੰਦੇ ਆ, ਸਿਵਿਕ ਲੀਡਰ ਹੁੰਦੇ ਆ। ਕੈਲਗਰੀ ਸਟੈਂਪੀਡ ਦੇ ਵਿੱਚ ਜਿਹੜਾ ਸਭ ਤੋਂ ਇੱਕ ਪ੍ਰਸਿੱਧ ਜਿਹੜਾ ਮੇਲਾ, ਇੱਕ ਪ੍ਰਸਿੱਧ ਪਰੇਡ ਹੁੰਦੀ ਆ, ਲਾਰਜੈਸਟ ਫੈਸਟੀਵਲਸ, ਟੂਰਿਸਟ ਅਟਰੈਕਸ਼ਨ ਖਾਸ ਤੌਰ ਦੇ ਉੱਤੇ। ਇਹਨਾਂ ਦਿਨਾਂ ਦੇ ਵਿੱਚ ਲੋਕ ਸਿਰਫ ਕੈਨੇਡਾ ਤੋਂ ਨਹੀਂ, ਵੱਖ-ਵੱਖ ਦੇਸ਼ਾਂ ਤੋਂ ਕੈਲਗਰੀ ਦੇ ਵਿੱਚ ਹਾਜ਼ਰ ਹੁੰਦੇ ਆ ਇਹਨੂੰ ਦੇਖਣ ਦੇ ਲਈ। ਅਤੇ ਇਹਦੇ ਵਿੱਚ ਬਹੁਤ ਕੁਛ ਹੁੰਦਾ ਰਿਹਾ। ਜਿਹੜਾ ਐਨੀਮਲ ਵੈਲਫੇਅਰ ਗਰੁੱਪਸ ਨੇ ਉਹ ਕ੍ਰਿਟੀਸਾਈਜ਼ ਵੀ ਕਰਦੇ ਰਹੇ ਆ ਇਹ ਸਾਰੇ ਕੁਛ ਦੇ ਵਿੱਚ। ਜਿਹੜੀ ਇਹਦੀਆਂ ਐਨੀਮਲ ਰਾਈਟਸ ਵਾਲੇ ਨੇ ਉਹ ਵੀ ਇਹਦੇ ਕੁਛ ਈਵੈਂਟਸ ਦੇ ਉੱਤੇ ਇਤਰਾਜ਼ ਕਰਦੇ ਰਹੇ ਆ। ਅਤੇ ਪਰ ਹੁਣ ਇਹ ਜਦੋਂ ਦੀ ਇਹ ਸਟੈਂਪੀਡ ਸ਼ੁਰੂ ਹੋਈ ਆ ਤਾਂ ਲੋਕ ਬਹੁਤ ਆਨੰਦ ਮਾਣ ਰਹੇ ਆ। 8 ਤਰੀਕ ਤੋਂ ਸ਼ੁੱਕਰਵਾਰ ਤੋਂ ਇਹ ਸ਼ੁਰੂ ਹੋਈ ਆ। ਇੱਕ ਤਰ੍ਹਾਂ ਦੇ ਨਾਲ ਪੇਂਡੂ ਕੈਨੇਡਾ ਦਾ ਕਲਚਰ ਵੀ ਇੱਥੇ ਦੇਖਣ ਨੂੰ ਮਿਲਦਾ। ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੇ ਆਪਣੇ ਉਹਨਾਂ ਕੱਪੜਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਆ। ਬਹੁਤ ਸਾਰੇ ਜਾਨਵਰ ਇੱਥੇ, ਪਾਲਤੂ ਜਾਨਵਰ ਲੋਕ ਲੈ ਕੇ ਆਉਂਦੇ, ਉਹ ਵੀ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੇ ਆ। ਪੂਰੀਆਂ ਖੇਡਾਂ, ਜੋ ਕਰਤੱਵ ਦਿਖਾਏ ਜਾਂਦੇ ਆ, ਨੁਮਾਇਸ਼ਾਂ ਹੁੰਦੀਆਂ ਆ। ਇਸ ਸਾਲ ਵੀ ਦੱਸਦੇ ਆ ਕਿ ਮਿਲੀਅਨ ਤੋਂ ਵੱਧ ਦਰਸ਼ਕ ਇੱਥੇ ਜਿਹੜੇ ਹੋਣਗੇ। ਔਰ ਇੱਥੇ ਨਾਲ ਜਿੱਥੇ ਬਾਕੀ ਹੁੰਦੇ ਆ ਉੱਥੇ ਸਿਆਸਤਦਾਨ ਵੀ ਹੁੰਦੇ ਆ। ਜਸਟਿਨ ਟਰੂਡੋ ਮਤਲਬ ਸ਼ਾਮਲ ਹੁੰਦੇ ਹੀ ਹੁੰਦੇ ਆ ਇੱਥੇ ਇਹਦੇ ਵਿੱਚ। ਕੰਜ਼ਰਵੇਟਿਵ NDP ਗ੍ਰੀਨ ਪਾਰਟੀ ਦਾ ਲੀਡਰ ਇਹਨਾਂ 10 ਦਿਨਾਂ ਦੇ ਵਿੱਚ ਇੱਕ ਨਾ ਇੱਕ ਦਿਨ ਜ਼ਰੂਰ ਆਉਂਦੇ ਆ। ਜਿਹੜੇ ਲੋਕਲ ਲੀਡਰ ਨੇ ਉਹ ਵੀ ਇੱਥੇ ਹੁੰਦੇ ਆ। ਅਤੇ ਜਿਹੜੀ ਲੰਘੀ ਸ਼ਨੀਵਾਰ ਦੀ ਰਾਤ ਸੀ ਇੱਥੇ ਜਿਹੜੀ ਪਾਰਟੀ ਸੀਗੀ ਉੱਥੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦਾ ਮੁੱਦਾ ਵੀ ਉੱਥੇ ਜਿਹੜਾ ਚੱਲ ਰਿਹਾ ਸੀ, ਕਿਉਂਕਿ 5 ਦੇ ਵਿੱਚੋਂ 4 ਕੰਜ਼ਰਵੇਟਿਵ ਦੇ ਉਮੀਦਵਾਰ ਉੱਥੇ ਉਸ ਵੇਲੇ ਸ਼ਾਮਲ ਸੀਗੇ। ਸੋ ਇਸ ਵੇਲੇ ਜਿਹੜੇ ਹੈਗੇ ਨੇ ਕੰਜ਼ਰਵੇਟਿਵ ਲੀਡਰ ਇਸ ਵੇਲੇ ਕੈਂਡਿਸ ਬਰਗਨ, ਉਹਨਾਂ ਨੇ ਵੀ ਲਗਭਗ 1000 ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕੁਛ ਮੁੱਦਿਆਂ ਦੇ ਉੱਤੇ ਅਸਹਿਮਤੀ ਪਾਰਟੀ ਦੇ ਵਿੱਚ ਹੁੰਦੀ ਹੈ, ਪਰ ਅਸੀਂ ਫਿਰ ਵੀ ਇਕੱਠੇ ਹਾਂ। ਸੋ ਇਹ ਸਾਰਾ ਕੁਛ ਵੀ ਨਾਲ ਉੱਥੇ ਚੱਲਿਆ। ਅਤੇ ਹੁਣ ਇਸ ਸਟੈਂਪੀਡ ਦੇ ਵਿੱਚ ਜੇਕਰ ਤੁਸੀਂ ਸ਼ਾਮਲ ਨਹੀਂ ਹੋਏ ਤਾਂ ਸ਼ਾਮਲ ਹੋ ਸਕਦੇ ਹੋ। ਉੱਥੇ ਵੱਖ-ਵੱਖ ਤਰ੍ਹਾਂ ਦੇ ਰੰਗ ਇਸ ਕੈਲਗਰੀ ਸਟੈਂਪੀਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਰਾਜਨੀਤਿਕ ਰੰਗ ਵੀ ਨੇ ਉੱਥੇ, ਸੱਭਿਆਚਾਰਕ ਰੰਗ ਵੀ ਨੇ ਉੱਥੇ, ਖਾਣ ਪੀਣ ਦਾ ਆਨੰਦ ਵੀ ਆ। 17 ਜੁਲਾਈ ਤੱਕ ਕੈਲਗਰੀ ਸਟੈਂਪੀਡ ਇਹ ਇਸੇ ਤਰ੍ਹਾਂ ਜਾਰੀ ਰਹਿਣੀ ਆ। ਜੇਕਰ ਤੁਸੀਂ ਇੱਥੇ ਨੇੜੇ ਤੇੜੇ ਹੋ ਜਾਂ ਇੱਥੇ ਜਾ ਸਕਦੇ ਹੋ ਅਤੇ ਇੱਥੇ ਇਸ ਦੁਨੀਆ ਦੇ ਇੱਕ ਸਭ ਤੋਂ ਵਿਲੱਖਣ ਮੇਲੇ ਦਾ ਆਨੰਦ ਮਾਣ ਸਕਦੇ ਹੋ, ਉਹਦਾ ਹਿੱਸਾ ਬਣ ਸਕਦੇ ਹੋ। ਕੈਨੇਡਾ ਦਾ ਮੈਡੀਕਲ ਸਿਸਟਮ ਇੱਕ ਬਿਹਤਰੀਨ ਮੈਡੀਕਲ ਸਿਸਟਮ ਆ। ਇਹਦੇ ਵਿੱਚ ਇਸ ਗੱਲ ਨੂੰ ਜਿਹੜੀ ਦੁਨੀਆ ਦੇ ਵਿੱਚ ਕੁਛ ਕੁ ਬਿਹਤਰ ਜਿਹੜੇ ਪ੍ਰਬੰਧ ਹੁੰਦੇ ਆ ਉਹਨਾਂ ਦੇ ਵਿੱਚ ਇਹਨੂੰ ਗਿਣਿਆ ਜਾਂਦਾ, ਪਰ ਇਹਦੇ ਵਿੱਚ ਵੀ ਖਾਮੀਆਂ ਨੇ। ਕਿਤੇ ਨਾ ਕਿਤੇ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਹੜੀਆਂ ਸਾਡਾ ਧਿਆਨ ਖਿੱਚਦੀਆਂ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਅਸੀਂ ਅਕਸਰ ਚਰਚਾ ਕੀਤੀ ਹੈ ਇਹਨਾਂ ਗੱਲਾਂ ਬਾਤਾਂ ਦੀ ਕਿ ਇੱਥੇ ਜੋ ਕੁਛ ਹੋਇਆ, 3-4 ਇੱਦਾਂ ਦੇ ਇੰਸੀਡੈਂਟ ਪਿਛਲੇ ਦਿਨਾਂ ਦੇ ਵਿੱਚ ਹੋਏ ਆ। ਇਸੇ ਤਰ੍ਹਾਂ ਦੀ ਹਾਲਤ ਲਗਭਗ ਟੋਰਾਂਟੋ ਦੇ ਵਿੱਚ ਉੱਥੇ ਇੱਕ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲੀ ਆ। ਇੱਕ ਜਿਹੜਾ ਜੋੜਾ ਉਹ ਇਸ ਗੱਲ ਦਾ ਦੁੱਖ ਪ੍ਰਗਟ ਕਰ ਰਿਹਾ ਕਿ ਉਹਨਾਂ ਦੀ ਬਿਲਕੁਲ ਹੈਲਦੀ ਪ੍ਰੈਗਨੈਂਸੀ ਸੀ। ਪਿਛਲੀ ਸਮਰ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਗਏ ਆ। 2 ਦਿਨ ਬਾਅਦ ਉਹਨਾਂ ਦੇ ਬੱਚੇ ਦੀ, ਜਿਹੜਾ ਕਿ ਬੇਟਾ ਸੀ, ਉਹਦੀ ਮੌਤ ਹੋ ਗਈ ਆ। ਮੌਤ ਦਾ ਕਾਰਨ ਜਾਣਨਾ ਚਾਹੁੰਦੇ ਆ। ਪੋਸਟਮਾਰਟਮ ਦੀ ਬਾਅਦ ਦੀ ਰਿਪੋਰਟ ਦੇ ਵਿੱਚ ਆਈ ਆ ਕਿ ਜਿਹੜਾ ਸਕੈਲਪ ਕਲਿੱਪ ਸੀਗਾ ਉਹ ਯੂਜ਼ ਕੀਤਾ ਗਿਆ ਸੀ ਬੱਚੇ ਦੇ ਬਰਥ ਵੇਲੇ ਔਰ ਉਹਦੀ ਹਾਰਟ ਰੇਟ ਨੂੰ ਮੋਨੀਟਰ ਕਰਨ ਦੇ ਵੇਲੇ।
ਉਹਦੇ ਨਾਲ ਸ਼ਾਇਦ ਉਸ ਬੱਚੇ ਦੀ ਮੌਤ ਹੋ ਗਈ। ਜਿਹੜਾ ਵੈਕਿਊਮ ਅਸਿਸਟਡ ਡਿਲੀਵਰੀ ਕੀਤੀ ਗਈ ਆ, ਬੱਚੇ ਨੂੰ ਕਿਸੇ ਤਰੀਕੇ ਦੇ ਨਾਲ ਬਾਹਰ ਕੱਢਿਆ ਗਿਆ ਆ। ਐਸੇ ਤਰ੍ਹਾਂ ਹੀ ਉਹਦੇ ਹੈੱਡ ਦੇ ਉੱਤੇ ਇੱਕ ਕੱਟ ਆ ਜਿਹਦੇ ਨਾਲ ਕਹਿੰਦੇ ਲਹੂ ਵਗ ਗਿਆ। ਕਿੰਨੇ ਕਾਰਨ ਇਹ ਬਰੈਂਪਟਨ ਦਾ ਜੋੜਾ ਦੇਖ ਰਿਹਾ ਆ ਇਸ ਚੀਜ਼ ਦੇ ਵਿੱਚ, ਤੇ ਉਹਨਾਂ ਨੂੰ ਹਜੇ ਤੱਕ ਯਕੀਨ ਨਹੀਂ ਆ ਰਿਹਾ ਕਿ ਸਾਰਾ ਕੁਝ ਠੀਕ ਠਾਕ ਹੋਣ ਦੇ ਬਾਵਜੂਦ, ਦੁਨੀਆ ਦੇ ਬਿਹਤਰੀਨ ਦੇਸ਼ ਦੇ ਬਿਹਤਰੀਨ ਪ੍ਰਬੰਧ ਦੇ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਦੇ ਨਾਲ ਇਹ ਤਰਾਸਦੀ ਵਾਪਰ ਗਈ ਹੈ। ਉਹ ਕਹਿੰਦੇ ਅਸੀਂ ਹੁਣ ਜੋ ਕੁਝ ਵੀ ਕਰ ਰਹੇ ਹਾਂ, ਸਾਨੂੰ ਪਤਾ ਕਿ ਸਾਡਾ ਬੱਚਾ ਵਾਪਸ ਨਹੀਂ ਆਉਣਾ, ਅਸੀਂ ਸਿਰਫ ਇਨਸਾਫ ਚਾਹੁੰਦੇ ਹਾਂ, ਅਸੀਂ ਜਵਾਬ ਚਾਹੁੰਦੇ ਹਾਂ ਵੀ ਇਹ ਹੋਇਆ ਕੀ ਆ, ਕਿ ਕਿਉਂ 2 ਦਿਨਾਂ ਦੇ ਬਾਅਦ ਉਸ ਬੱਚੇ ਦੀ ਬਰੈਂਪਟਨ ਸਿਵਿਕ ਹਸਪੀਟਲ ਦੇ ਵਿੱਚ ਅਗਸਤ 2021 ਦੇ ਵਿੱਚ ਮੌਤ ਹੋ ਜਾਂਦੀ ਹੈ। ਕੀ ਉਹਦੀ ਮੌਤ ਬਰਥ ਰਿਲੇਟਡ ਕੰਪਲਿਕੇਸ਼ਨਸ ਦੇ ਨਾਲ ਹੋਈ ਹੈ, ਜਾਂ ਉਹਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੈਡ ਇੰਜਰੀ ਦੱਸੀ ਜਾ ਰਹੀ ਹੈ? ਹੁਣ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕੀ ਉਹਦੀ ਬਰਥ ਤੋਂ ਬਾਅਦ ਹਸਪੀਟਲ ਦੇ ਵਿੱਚ ਕੇਅਰ ਠੀਕ ਨਹੀਂ ਹੋਈ, ਜਾਂ ਜਦੋਂ ਉਹਦਾ ਬਰਥ ਹੋਣਾ ਸੀ ਉਸ ਵੇਲੇ ਉਹਦੇ ਸਕੱਲ ਦੇ ਵਿੱਚ, ਖੋਪੜੀ ਦੇ ਵਿੱਚ ਜਿਹੜਾ ਸਕੈਲਪ ਸੀਗਾ, ਇਹਦੇ ਵਿੱਚ ਬਲੀਡਿੰਗ ਹੋ ਗਈ ਬ੍ਰੇਨ ਦੇ ਆਊਟਸਾਈਡ, ਉਹਦੇ ਨਾਲ ਮੌਤ ਹੋਈ ਹੈ? ਔਰਤ ਜਿਹੜੀ ਕਿ ਇੰਡੀਅਨ ਆ, ਭਾਰਤੀ ਮੂਲ ਦੀ ਔਰਤ ਆ, ਉਹ ਜੋੜਾ ਆ, ਉਹ ਦੱਸ ਰਹੇ ਆ ਕਿ ਸਾਡੀ ਪ੍ਰੈਗਨੈਂਸੀ ਬਿਲਕੁਲ ਠੀਕ ਠਾਕ ਸੀ, ਅਸੀਂ ਸਾਰਾ ਕੁਝ ਡਾਕਟਰ ਕੋਲ ਬਕਾਇਦਾ ਜਿੱਦਾਂ ਜਾਣਾ ਚਾਹੀਦਾ ਸੀ ਉਸੇ ਤਰੀਕੇ ਨਾਲ ਜਾਂਦੇ ਸੀ, ਤੇ ਸਾਨੂੰ ਜਿਹੜੀ ਆਸ ਸੀ ਕਿ ਸਾਰਾ ਕੁਝ ਠੀਕ ਠਾਕ ਹੋਊਗਾ, ਤੇ ਪਰ ਇਹ ਦੁਖਾਂਤ ਉਹਨਾਂ ਦੇ ਨਾਲ ਵਾਪਰ ਗਿਆ। ਤੇ ਹੁਣ ਲਗਭਗ ਜਿਹੜਾ ਇੰਨੇ ਸਮੇਂ ਬਾਅਦ ਉਹ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਉੱਥੇ ਉਹ ਪੁੱਛ ਰਹੇ ਆ ਕਿ ਸਾਨੂੰ ਘੱਟੋ ਘੱਟ ਦੱਸਿਆ ਜਾਵੇ ਇਸ ਹੈਲਥ ਸਿਸਟਮ ਦੇ ਵਿੱਚ ਕਿ ਗੜਬੜ ਕਿੱਥੇ ਹੋਈ ਆ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਆ। ਬਹੁਤ ਸਾਰੇ ਇਸ਼ੂਜ਼ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਕਿ ਕੀ ਪੋਸਟ ਬਰਥ ਉਹਦੇ ਤੋਂ ਬਾਅਦ ਕੋਈ ਗੜਬੜ ਹੋਈ ਆ, ਜਾਂ ਘੱਟੋ ਘੱਟ ਉਹ ਇਹ ਕਹਿ ਰਹੇ ਆ ਕਿ ਸਾਡੇ ਕੋਲੋਂ ਇਸ ਗੱਲ ਦੀ ਕੋਈ ਮਾਫੀ ਮੰਗ ਲਵੇ ਜਾਂ ਅਕਾਊਂਟੇਬਿਲਟੀ ਦੱਸ ਦੇਵੇ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਸੀ। ਬੱਚਾ ਵਾਪਸ ਨਹੀਂ ਆ ਸਕਦਾ, 2 ਦਿਨ ਦੇ ਬੱਚੇ ਦੀ ਮੌਤ ਹੋਈ ਆ, ਪਰ ਘੱਟੋ ਘੱਟ ਉਹਦੇ ਲਈ ਉਹ ਕਹਿੰਦੇ ਜੇ ਉਹ ਮਾਫੀ ਮੰਗ ਲੈਣ ਜਾਂ ਦੱਸ ਦੇਣ ਕਿ ਇਹਦੇ ਲਈ ਜ਼ਿੰਮੇਵਾਰ ਕਿਹੜੇ ਫੈਕਟਰ ਸੀਗੇ, ਤਾਂ ਸ਼ਾਇਦ ਉਹਨਾਂ ਦੇ ਮਨ ਨੂੰ ਇਸ ਗੱਲ ਤੋਂ ਥੋੜ੍ਹੀ ਬਹੁਤ ਤਸੱਲੀ ਜ਼ਰੂਰ ਮਿਲ ਸਕਦੀ ਆ। ਇਸ ਸਿਸਟਮ ਦੇ ਉੱਤੇ ਕਈ ਵਾਰੀ ਸਵਾਲ ਚੱਕੇ ਜਾਂਦੇ ਆ, ਹਸਪੀਟਲਸ ਦੇ ਉੱਤੇ, ਉੱਥੇ ਜਿਸ ਤਰੀਕੇ ਨਾਲ ਮਰੀਜ਼ਾਂ ਦੀ ਕੇਅਰ ਕੀਤੀ ਜਾਂਦੀ ਆ, ਇਸ ਪ੍ਰਬੰਧ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਚੱਕੇ ਜਾਂਦੇ ਆ। ਤੇ ਹੁਣ ਇਹ ਜੋੜਾ ਅੱਜ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਦੇ ਵਿੱਚ ਸਾਹਮਣੇ ਗਿਆ, ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਜੋ ਕੁਛ ਇਹ ਵਾਪਰਿਆ ਕਿਸੇ ਹੋਰ ਦੇ ਨਾਲ ਨਾ ਵਾਪਰੇ। ਕੀ ਅਣਗਹਿਲੀ ਜ਼ਿੰਮੇਵਾਰ ਸੀ, ਕੀ ਕਿਸੇ ਸਰਜਨ ਜਿਹੜਾ ਸੀਗਾ ਉਹਨਾਂ ਨੇ ਕੋਈ ਗਲਤੀ ਕੀਤੀ ਆ, ਗੜਬੜ ਕਿੱਥੇ ਹੋਈ ਆ ਜਿਹਦੇ ਨਾਲ ਇੱਕ ਏਡਾ ਵੱਡਾ ਕਦੇ ਵੀ ਨਾ ਪੂਰਾ ਹੋਣ ਯੋਗ ਘਾਟਾ ਇਸ ਭਾਰਤੀ ਮੂਲ ਦੇ ਜੋੜੇ ਨੂੰ ਹੋਇਆ ਆ। ਉਹ ਇਸ ਗੱਲਬਾਤ ਦੇ ਉੱਤੇ, ਇਸ ਉਹਦੇ ਬੱਚੇ ਦੇ ਹੈੱਡ ਦੇ ਉੱਤੇ ਬਲੀਡਿੰਗ ਜਾਂ ਦੂਜੀ ਗੱਲਬਾਤ ਦੇ ਉੱਤੇ ਬਰੈਂਪਟਨ ਸਿਵਿਕ ਹਸਪੀਟਲ ਦੇ ਉੱਤੇ ਸਵਾਲ ਚੱਕ ਰਿਹਾ ਤੇ ਮੰਗ ਕਰ ਰਿਹਾ ਕਿ ਇਹਦਾ ਸਾਨੂੰ ਇਨਸਾਫ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਮਿਲਣਾ ਚਾਹੀਦਾ। ਊਬਰ ਰਾਈਡ ਹੇਲਿੰਗ ਸਰਵਿਸ ਬਹੁਤ ਸਮਾਂ ਚਰਚਾ ਦੇ ਵਿੱਚ ਰਹੀ ਹੈ। ਜਿਹੜੀਆਂ ਥਾਵਾਂ ਦੇ ਉੱਤੇ ਗਈ ਆ, ਉਹਦੇ ਤੋਂ ਪਹਿਲਾਂ ਟੈਕਸੀ ਡਰਾਈਵਰਸ ਨੇ ਇਸ ਸਰਵਿਸਿਜ਼ ਦਾ ਵਿਰੋਧ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਦੋਂ ਕਾਫੀ ਦੇਰ ਬਾਅਦ ਊਬਰ ਦਾਖਲ ਹੋਈ ਸੀ ਤਾਂ ਇੱਥੇ ਵੀ ਲੋਕਲ ਟੈਕਸੀ ਡਰਾਈਵਰਸ ਨੇ ਇਹਦਾ ਵਿਰੋਧ ਕੀਤਾ ਸੀ, ਪਰ ਆਖਰਕਾਰ ਬਾਅਦ ਦੇ ਵਿੱਚ ਸਾਰਾ ਮਾਮਲਾ ਸੈਟਲ ਹੋ ਗਿਆ। ਹੁਣ ਊਬਰ ਦੇ ਮਾਮਲੇ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਕੁਝ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਇਹਨਾਂ ਨੇ ਕੁਝ ਗੱਲਾਂ ਦੇ ਵਿੱਚ ਗੜਬੜ ਕੀਤੀ ਹੈ। ਮੌਂਟਰੀਅਲ ਆਫਿਸਿਸ ਦੇ ਵਿੱਚ ਕੁਬਿਕ ਦੇ ਜਨਰਲ ਮੈਨੇਜਰ ਜਿਹੜੇ ਆ ਉਹਨਾਂ ਦੀਆਂ ਕੁਝ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਰਾਈਡ ਹੇਲਿੰਗ ਸਰਵਿਸਿਜ਼ ਨੇ ਗਲਤ ਤਰੀਕੇ ਦੇ ਨਾਲ ਕੁਝ ਡੈਕਲੇਰੇਸ਼ਨਸ ਕੀਤੀਆਂ ਆਪਣੇ ਪ੍ਰੋਵਿੰਸ਼ੀਅਲ ਸੇਲ ਟੈਕਸ ਬਾਰੇ, ਤੇ ਕੁਝ ਸਿਸਟਮ ਨੂੰ ਟੈਕਸ ਤੇ ਦੂਜੀ ਜਿਹੜੀ ਫੈਡਰਲ GST ਸਿਸਟਮ ਆ ਉਹਨੂੰ ਡੌਜ ਕੀਤਾ ਗਿਆ। ਮਈ 13, 2015 ਨੂੰ ਸਰਚ ਵਾਰੰਟ ਆਏ ਤੇ ਅਗਲੇ ਦਿਨ ਹੀ ਰੇਡ ਹੋਈ ਸੀ ਕੰਪਨੀ ਦੇ ਪ੍ਰੈਮਿਸਿਸ ਦੇ ਵਿੱਚ। ਦੱਸਦਿਆਂ ਕਿ ਉਹਦੇ ਤੋਂ ਬਾਅਦ 2 ਊਬਰ ਦੇ ਆਫਿਸਿਸ ਮੌਂਟਰੀਅਲ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੇ ਹੋਏ ਸੀ ਉੱਥੇ, ਔਰ ਉਹਨਾਂ ਦੇ ਮੌਂਟਰੀਅਲ ਇਨਵੈਸਟੀਗੇਟਰ ਸੀਗੇ, ਉਹਨਾਂ ਨੇ ਉੱਥੋਂ ਦੇ ਲੈਪਟਾਪ ਤੇ ਸਮਾਰਟਫੋਨ ਤੇ ਹੋਰ ਸਾਰਾ ਕੁਝ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਇਆ ਸੀ ਜਿਸ ਤਰੀਕੇ ਨਾਲ ਆਉਣਾ ਚਾਹੀਦਾ ਸੀ। ਉਹ ਤੋਂ ਬਾਅਦ ਕਿਹਾ ਗਿਆ ਸੀ ਕਿ ਸ਼ਾਇਦ ਜਿਹੜਾ ਕੰਪਨੀ ਨੇ ਆਪਣਾ ਡਾਟਾ ਮੈਨੂਪਲੇਟ ਕੀਤਾ ਆ, ਕੁਛ ਨਾ ਕੁਛ ਗੜਬੜ ਹੋਈ ਆ। ਇਸ ਮਾਮਲੇ ਦੇ ਵਿੱਚ ਊਬਰ ਦੇ ਉੱਤੇ ਹੁਣ ਵਿਸ਼ਵ ਪੱਧਰ ਦੇ ਉੱਤੇ ਬਹੁਤ ਵੱਡੇ ਕੁਛ ਇਲਜ਼ਾਮ ਲੱਗ ਰਹੇ ਆ ਕਿ ਇਹਨਾਂ ਨੇ ਖਾਸ ਕਿਸਮ ਦੀ ਜਿਹੜੀ ਕੰਪਨੀ ਦਾ ਹੈੱਡਕੁਆਟਰ ਹੈ ਸਨ ਫਰਾਂਸਿਸਕੋ ਦੇ ਵਿੱਚ
कि किसी ना किसी तरह कुछ गड़बड़ की आ, कुछ लॉबिंग हुई आ, उहदे तो बाद ये इस फील्ड दे विच दाखल होए आ। कई डॉकूमेंट दसदे आ कि जिहड़ियां फाइल्स लीक होईयां 1,24,000 के करीब रैकॉर्ड फाइल्स जिहड़ियां लीज होईयां, जिहदे चों 83,000 ईमेल्स दसदे आ, मैसेजेस WhatsApp, वो सारा कुछ जिहड़े सीनियर एग्जीक्यूटिव दे नाल जो कुछ होया आ ਉਹਦੇ ਉੱਤੇ ਹੁਣ ਸਵਾਲ ਚੱਕਣੇ ਸ਼ੁਰੂ ਹੋ ਗਏ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੁਝ ਗੱਲਾਂ ਸਾਹਮਣੇ ਆਉਣਗੀਆਂ ਕਿ ਇਹ ਊਬਰ ਦੀ ਇੱਕ ਅਚਾਨਕ ਹੋਈਆਂ ਕੁਝ ਗਲਤੀਆਂ ਸੀ ਜਾਂ ਇਹ ਜਾਣ ਬੁੱਝ ਕੇ ਸਿਸਟਮ ਨੂੰ ਡੌਜ ਕਰਨ ਦੇ ਲਈ ਜਾਂ ਸਾਰੇ ਪ੍ਰਬੰਧ ਨੂੰ ਇੱਕ ਤਰੀਕੇ ਦੇ ਨਾਲ ਧੋਖਾ ਦੇ ਕੇ ਅੱਗੇ ਵਧਣ ਦੇ ਲਈ ਕੀਤਾ ਗਿਆ ਸੀ। ਇਹਦੇ ਬਾਰੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਜਿਹੜੇ ਡਾਕੂਮੈਂਟਸ ਲੀਕ ਹੋਏ ਆ ਇਹਦੀ ਡਿਟੇਲ ਸਾਹਮਣੇ ਆਊਗੀ ਤਾਂ ਉਹਦੇ ਤੋਂ ਬਾਅਦ ਬਾਕੀ ਗੱਲਾਂ ਬਾਤਾਂ ਜਿਹੜੀਆਂ ਹੋਰ ਸਾਹਮਣੇ ਆਉਣਗੀਆਂ ਕਿ ਅਸਲ ਦੇ ਵਿੱਚ ਊਬਰ ਨੇ ਕੀਤਾ ਕੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਅਕਸਰ ਹੀ ਕਿ ਇੱਥੇ ਮਿਲੀਅਨ ਦੇ ਕਰੀਬ ਲੋਕਾਂ ਕੋਲੇ ਫੈਮਿਲੀ ਫਿਜ਼ੀਸ਼ੀਅਨ ਹੈ ਨਹੀਂ। ਰਿਪੋਰਟਾਂ ਲਗਭਗ ontario ਦੇ ਵਿੱਚ ਵੀ ਇੱਦਾਂ ਹੀ ਆ ਰਹੀਆਂ, ਉੱਥੇ 13 ਲੱਖ ਬੰਦੇ ਕੋਲ ਫੈਮਿਲੀ ਫਿਜ਼ੀਸ਼ੀਅਨ ਹੈ ਨਹੀਂ, ਜਾਂ ਇੱਦਾਂ ਕਹਿ ਲਓ ਫੈਮਿਲੀ ਡਾਕਟਰ ਦੇ ਲਈ ਉਹ ਤਰਸ ਰਹੇ ਆ। ਤੇ ਉਹਦਾ ਕਾਰਨ ਇੱਥੇ ਵੀ ਉਹੀ ਆ ਤੇ ਉੱਥੇ ਵੀ ਉਹੀ ਆ। ਹੁਣ ਜਿਹੜੀ ontario ਦੇ ਵਿੱਚੋਂ ਰਿਪੋਰਟ ਆ ਰਹੀ ਆ ਕਿ ਮੈਡੀਕਲ ਸਕੂਲ ਗ੍ਰੈਜੂਏਟਸ ਜਿਹੜੇ ਆ ਉਹ ਇਸ ਕੰਮ ਦੇ ਵਿੱਚ ਆਉਣ ਨੂੰ ਤਿਆਰ ਨਹੀਂ, ਪ੍ਰਾਇਮਰੀ ਕੇਅਰ ਪ੍ਰੈਕਟਿਸਿਸ ਨਹੀਂ ਕਰਨਾ ਚਾਹੁੰਦੇ। ਜਦੋਂ ਇਸ ਵੇਲੇ ਉਹ ਸਮਾਂ ਜਦੋਂ ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ ਗਾ ਤੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਵੀ ਇੱਕ ਇੱਕ ਕਰਕੇ ਉਹ ਰਿਟਾਇਰ ਹੋ ਰਹੇ ਆ। ਜਿਹੜਾ ਕੈਨੇਡੀਅਨ ਰੈਜ਼ੀਡੈਂਸ਼ੀਅਲ ਮੈਚਿੰਗ ਸਰਵਿਸਿਜ਼ ਦਾ ਡਾਟਾ ਦੱਸਦਾ ਆ, ਜਿਹੜੀ ਨਾਟ ਫॉर ਪ੍ਰੋਫਿਟ ਇੱਕ ਆਰਗੇਨਾਈਜੇਸ਼ਨ ਆ, ਉਹ ਸਟੂਡੈਂਟਸ ਦੀ ਮੈਡੀਕਲ ਟ੍ਰੇਨਿੰਗ ਨੂੰ ਦੂਜੀ ਚੀਜ਼ ਦੇ ਨਾਲ ਜੋੜ ਕੇ ਦੇਖਦੀ ਹੈ ਤੇ ਉਹ ਦੱਸਦੀ ਹੈ ਕਿ ਇੱਕ ਸਟੈਡੀ ਡਿਕਰੀਜ਼ ਆ, ਕਿ ਲਗਾਤਾਰ ਉਹਨਾਂ ਲੋਕਾਂ ਦੀ ਗਿਣਤੀ ਘਟ ਰਹੀ ਆ ਜਿਹੜੇ ਫੈਮਿਲੀ ਮੈਡੀਸਨ ਨੂੰ ਆਪਣੇ ਕਿੱਤੇ ਵਜੋਂ ਚੁਣ ਰਹੇ ਆ ਡਾਕਟਰ ਬਣਨ ਤੋਂ ਬਾਅਦ। ਪਹਿਲੀ ਜਿਹੜੀ ਉਹਨਾਂ ਦੀ ਚੋਇਸ ਆ, ਜਦੋਂ ਉਹਨਾਂ ਨੂੰ ਉਹ ਪੁੱਛਿਆ ਜਾਂਦਾ, 30.7% ਸਟੂਡੈਂਟਸ ਕੈਨੇਡਾ ਦੇ ਵਿੱਚ ਫੈਮਿਲੀ ਮੈਡੀਸਨ ਦੇ ਵਿੱਚ ਸੀਗੇ। 2022 ਦੇ ਵਿੱਚ ਉਹਨਾਂ ਦੀ ਟੌਪ ਚੋਇਸ ਸੀਗੀ, ਜਿਹੜੀ ਕਿ ਉਹ ਤੋਂ ਪਹਿਲਾਂ ਇੱਕ ਸਾਲ 2021 ਦੇ ਵਿੱਚ 31.4 ਸੀ ਤੇ ਉਹ ਤੋਂ ਪਹਿਲਾਂ 38% ਸੀ 2015 ਦੇ ਵਿੱਚ। ਸੋ 2015 ਦੇ ਵਿੱਚ ਜਿੰਨੇ ਮੈਡੀਕਲ ਸਕੂਲਾਂ ਦੇ ਵਿੱਚੋਂ ਇਹ ਸਟੂਡੈਂਟ ਡਾਕਟਰ ਬਣ ਕੇ ਨਿਕਲਦੇ ਸੀ, ਉਹਨਾਂ ਦੇ ਵਿੱਚੋਂ 38% ਕਹਿੰਦੇ ਸੀ ਵੀ ਕਿ ਅਸੀਂ ਫੈਮਿਲੀ ਮੈਡੀਸਨ ਦੇ ਵਿੱਚ ਜਾਵਾਂਗੇ ਜਾਂ ਫੈਮਿਲੀ ਫਿਜ਼ੀਸ਼ੀਅਨ ਬਣਾਂਗੇ ਜਾਂ ਫੈਮਿਲੀ ਡਾਕਟਰ ਬਣਾਂਗੇ। ਹੁਣ 2015 ਤੋਂ ਬਾਅਦ ਜਦੋਂ ਹੁਣ ਦੇਖਦੇ ਹਾਂ ਤਾਂ ਸਿਰਫ 30.7% ਕਹਿ ਰਹੇ ਆ। 100 ਦੇ ਵਿੱਚੋਂ ਮਤਲਬ 30-31 ਜਣੇ ਕਹਿ ਰਹੇ ਆ, ਪਹਿਲਾਂ 100 ਦੇ ਵਿੱਚੋਂ 38 ਜਣੇ ਕਹਿੰਦੇ ਸੀ। ਇਹ ਮਾਮਲਾ ਜਿਹੜਾ ਇਸ ਵੇਲੇ ਹੈਗਾ ਕਿ ਕੋਈ ਵੀ ਇਹ ਕੰਮ ਕਰਨ ਨੂੰ ਤਿਆਰ ਨਹੀਂ ਆ। ਰੈਜ਼ੀਡੈਂਸੀ ਪਲੇਸਮੈਂਟ, ਦੂਜੇ ਜਿਹੜੇ ਰੌਲੇ ਨੇ ਸਟੂਡੈਂਟ ਰਿਸਰਚਰਸ ਜਿਨ੍ਹਾਂ ਨੇ ਇਸ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕੀਤੀ ਆ, ਉਹ ਕਹਿੰਦੇ ਫੈਮਿਲੀ ਮੈਡੀਸਨਸ ਦੇ ਬਾਰੇ ਉਹਨਾਂ ਦਾ ਜਿਹੜਾ ਇੱਕ ਤਜਰਬਾ ਆ ਕਿ ਉਹ ਡਾਕਟਰ ਬਰਨਆਊਟ ਨੇ, ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਕੰਮ ਕਰਨਾ ਪੈਂਦਾ, ਪਰ ਉਹਦੇ ਮੁਕਾਬਲੇ ਦੇ ਵਿੱਚ ਜਿੰਨੀ ਆਮਦਨ ਹੋਣੀ ਚਾਹੀਦੀ ਆ ਜਾਂ ਜੋ ਕੁਛ ਜਿੰਨੀ ਕੁ ਇਨਕਮ ਹੋਣੀ ਚਾਹੀਦੀ ਆ ਉਹ ਇਨਕਮ ਉਹਨਾਂ ਨੂੰ ਨਹੀਂ ਹੈਗੀ ਤੇ ਇਸ ਕਰਕੇ ਉਹ ਇਧਰਲੇ ਪਾਸੇ ਨਹੀਂ ਜਾਣਾ ਚਾਹੁੰਦੇ। ਇਹ ਸਮੱਸਿਆ ਪਹਿਲਾਂ ਆਪਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਿਸਕਸ ਕਰਦੇ ਸੀ ਤੇ ਹੁਣ ontario ਦੇ ਵਿੱਚ ਵੀ ਦੱਸਦੇ ਆ ਕਿ ਇਹ ਸਮੱਸਿਆ ਆਈ ਆ। ਹਾਲਾਂਕਿ ਜਿਹੜੇ ਥੋੜ੍ਹਾ ਜਿਹਾ ਅੰਕੜੇ ਘਟੇ ਆ ਪਿਛਲੇ ਸਮੇਂ ਨਾਲੋਂ ਜਿਹੜੇ ਲੋਕ ਫੈਮਿਲੀ ਡਾਕਟਰਸ ਤੋਂ ਬਿਨਾਂ ਨੇ, ਪਰ ਹਜੇ ਵੀ ਇਹ ਬਹੁਤ ਨੇ। 2019 ਦੀ ਜਿਹੜੀ ਸਟੈਟਿਸਟਿਕਸ ਕੈਨੇਡਾ ਦਾ ਡਾਟਾ ਦੱਸਦਾ ਸੀ ਕਿ 1.3 ਮਿਲੀਅਨ ਪੇਸ਼ੈਂਟਸ ontario ਦੇ ਵਿੱਚ ਵਿਦਆਊਟ ਫੈਮਿਲੀ ਡਾਕਟਰ ਨੇ। ਸੋ ਇਹਦਾ ਅੰਦਾਜ਼ਾ ਜਿਹੜੇ ਕੁਝ ਹੋਰ ਹੈਗੇ ਆ ਉਹ ਐਸਟੀਮੇਟ ਇਹਨੂੰ 1.5 ਮਿਲੀਅਨ ਦੇ ਨੇੜੇ ਲਾਉਂਦੇ ਆ ਤੇ ਲਗਭਗ ਜਿਹੜੇ ਹੈਗੇ ਆ ਉਹ ਔਰ ਜਿਹੜੇ 1.5 ਜਾਂ 1.3 ਮਿਲੀਅਨ ਆ ਇਹਨਾਂ ਦੇ ਵਿੱਚੋਂ ਇੱਕ ਵੱਡੀ ਗਿਣਤੀ 1,34,000 ਦੇ ਕਰੀਬ ਇਕੱਲੇ ਆਟਵਾ ਦੇ ਵਿੱਚ ਨੇ। ਬਹੁਤ ਵੱਡੀ ਇੱਕ ਪ੍ਰਾਇਮਰੀ ਕੇਅਰ ਦੇ ਵਿੱਚ ਸਮੱਸਿਆ, ਜਿਹੜੇ ਪੂਰਾ ਹੈਲਥ ਕੇਅਰ ਸਿਸਟਮ ਆ ਉਹਦੀ ਨੀ ਪ੍ਰਾਇਮਰੀ ਕੇਅਰ ਆ ਕਿ ਬੰਦਾ ਪਹਿਲਾਂ ਫੈਮਿਲੀ ਡਾਕਟਰ ਕੋਲੇ ਜਾਂਦਾ ਤੇ ਜੇਕਰ ਉਹ ਡਾਕਟਰ ਹੀ ਨਹੀਂ ਆ ਤਾਂ ਫਿਰ ਉਹ ਕਿੱਥੇ ਜਾਊਗਾ ਤੇ ਕਿੰਨਾ ਕੁ ਵਧੀਆ ਉਹਦਾ ਇਲਾਜ ਹੋਊਗਾ, ਇਹਦਾ ਅੰਦਾਜ਼ਾ ਆਪਣੇ ਆਪ ਲਾਇਆ ਜਾ ਸਕਦਾ। ਸੋ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਸਮੱਸਿਆ ਲੋਕਾਂ ਨੂੰ ਆ ਰਹੀ ਆ ਕਿ ਉਹਨਾਂ ਕੋਲ ਫੈਮਿਲੀ ਫਿਜ਼ੀਸ਼ੀਅਨ ਨਹੀਂ ਆ ਤੇ ਵੱਡੀ ਸਮੱਸਿਆ, ਕਿਉਂਕਿ ਪ੍ਰਬੰਧ ਇਸ ਤਰ੍ਹਾਂ ਦਾ ਆ ਕਿ ਫੈਮਿਲੀ ਫਿਜ਼ੀਸ਼ੀਅਨ ਨੂੰ ਉਨੇ ਬਚਦੇ ਨਹੀਂ, ਉਨੀ ਉਹਦੀ ਇਨਕਮ ਨਹੀਂ ਆ ਜਿੰਨੀ ਉਹਦੀ ਇਨਪੁੱਟ ਆ। ਤੇ ਦੂਜੇ ਪਾਸੇ ਕੀਤਾ ਤੇ ਇਹ ਵੀ ਜਾ ਰਿਹਾ ਕਿ ontario ਸਰਕਾਰ ਇਹ ਵੀ ਕਹਿ ਰਹੀ ਆ ਕਿ 160 ਅੰਡਰ ਗ੍ਰੈਜੂਏਟ ਸੀਟਾਂ ਤੇ 295 ਜਿਹੜੀਆਂ ਪੋਸਟ ਗ੍ਰੈਜੂਏਟ ਪੋਜੀਸ਼ਨਸ ਆ ਉਹ ਮੈਡੀਕਲ ਸਕੂਲ ਦੇ ਵਿੱਚ ਸਾਰੇ ਪ੍ਰੋਵਿੰਸ ਦੇ ਵਿੱਚ ਆਉਣ ਵਾਲੇ 5 ਸਾਲਾਂ ਦੇ ਵਿੱਚ ਵਧਾ ਰਹੇ ਆ। ਹੁਣ 160 ਉਹ ਵੱਧ ਗਏ ਤੇ 295 ਜਿਹੜੀਆਂ ਪੋਸਟ ਗ੍ਰੈਜੂਏਟ ਵੱਧ ਗਈਆਂ, ਪਰ ਸਮੱਸਿਆ ਉਹਦੇ ਨਾਲ ਵੀ ਹੱਲ ਹੁੰਦੀ ਨਹੀਂ ਨਜ਼ਰ ਆਉਂਦੀ ਕਿਉਂਕਿ ਜਿਹੜਾ ਸਿਸਟਮ ਆ ਉਹਦੇ ਵਿੱਚ ਇੱਕ ਡਾਕਟਰ ਨੂੰ ਕਈ ਕੁਛ ਕਰਨਾ ਪੈਂਦਾ। ਉਹ ਸਿਰਫ ਡਾਕਟਰ ਹੀ ਨਹੀਂ ਆ, ਉਹਨੂੰ ਉੱਥੇ ਆਪਣੇ
ਸਟਾਫ ਵੀ ਰੱਖਣਾ ਪੈਂਦਾ, ਉਹਨੂੰ ਆਫਿਸ ਦੀ ਸਪੇਸ ਵੀ ਲੈਣੀ ਪੈਂਦੀ ਹੈ। ਮਤਲਬ ਸਿੱਧਾ ਹੀ ਉਹਨੂੰ ਇੱਕ ਬਿਜ਼ਨਸ ਵਾਂਗੂ ਰਨ ਕਰਨਾ ਪੈਂਦਾ, ਜਿਹਦੇ ਤੋਂ ਬਹੁਤ ਸਾਰੇ ਨਵੇਂ ਜਿਹੜੇ ਲੋਕ ਨੇ ਉਹ ਬਚਣਾ ਚਾਹੁੰਦੇ ਨੇ। ਵਰਕ ਫਰੋਮ ਹੋਮ ਇੱਕ ਬਹੁਤ ਵੱਡਾ ਕਲਚਰ ਬਣਿਆ ਪਿਛਲੇ ਸਮੇਂ ਦੇ ਵਿੱਚ। ਜਦੋਂ ਪੈਂਡੈਮਿਕ ਆਈ ਸੀ ਕਿ ਜਿਹੜੇ ਲੋਕ ਵੀ ਘਰੋਂ ਕੰਮ ਕਰ ਸਕਦੇ ਸੀ, ਬਹੁਤ ਸਾਰੀਆਂ ਕੰਪਨੀਆਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਘਰੋਂ ਕੰਮ ਕਰੋ, ਤੁਹਾਨੂੰ ਆਫਿਸ ਆਉਣ ਦੀ ਲੋੜ ਨਹੀਂ ਆ। ਉਹਨਾਂ ਦਾ ਆਉਣ ਜਾਣ ਦਾ ਸਮਾਂ ਵੀ ਬਚਿਆ, ਆਉਣ ਜਾਣ ਦੀ ਜਿਹੜੀ ਉਹਦੀ ਇਨਪੁਟ ਸੀਗੀ ਉਹ ਵੀ ਬਚੀ, ਆਫਿਸ ਦੀ ਸਪੇਸ ਵੀ ਬਚੀ। ਇਹ ਚਰਚਾ ਹੁਣ ਇਹ ਵਰਤਾਰਾ ਜਿਹੜਾ ਇਕੱਲਾ ਕੈਨੇਡਾ ਦੇ ਵਿੱਚ ਨਹੀਂ ਹੋਇਆ, ਪੂਰੀ ਦੁਨੀਆ ਦੇ ਵਿੱਚ ਵਾਪਰਿਆ। ਨੀਦਰਲੈਂਡ ਤੋਂ ਇੱਕ ਖਬਰ ਆ ਰਹੀ ਆ ਕਿ ਨੀਦਰਲੈਂਡ ਦੇ ਜਿਹੜੇ ਸੰਸਦ ਨੇ ਉਹ ਵਰਕ ਫਰੋਮ ਹੋਮ ਨੂੰ ਕਾਨੂੰਨੀ ਅਧਿਕਾਰ ਦਾ ਅਸਲੀ ਜਮਾ ਪਾਉਣ ਜਾ ਰਹੇ ਆ ਕਿ ਇਹਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਜਾਵੇ ਵਰਕ ਫਰੋਮ ਹੋਮ ਨੂੰ, ਕਿ ਤੁਹਾਨੂੰ ਕਿਸੇ ਆਫਿਸ ਦੇ ਵਿੱਚ ਆਉਣ ਦੀ ਲੋੜ ਨਹੀਂ, ਤੁਸੀਂ ਕੰਮ ਹੀ ਕਰਨਾ ਹੈ, ਆਪਣੇ ਘਰ ਤੋਂ ਕੰਮ ਕਰੀਓ ਜੇ ਤੁਹਾਡਾ ਕੰਮ ਘਰ ਤੋਂ ਹੋ ਸਕਦਾ ਹੈ। ਤਾਂ ਪਿਛਲੇ ਹਫ਼ਤੇ ਸੰਸਦ ਦਾ ਜਿਹੜਾ ਹੇਠਲਾ ਸਦਨ ਆ ਉਹਦੇ ਵਿੱਚ ਜੁੜਿਆ ਇੱਕ ਕਾਨੂੰਨ ਸਾਹਮਣੇ ਲਿਆਂਦਾ ਸੀ ਕਿ ਦੇਸ਼ ਦੇ ਜਿਹੜੀ ਉੱਪਰ ਸੈਨੇਟ ਆ ਉਹਦੇ ਵਿੱਚੋਂ ਇਹਦੀ ਮਨਜ਼ੂਰੀ ਦਾ ਇੰਤਜ਼ਾਰ ਆ। ਨੀਦਰਲੈਂਡ ਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਉਹ ਜਿਹੜੀਆਂ ਬਿਨਾਂ ਕਾਰਨ ਦੱਸੇ ਕਰਮਚਾਰੀ ਦਾ ਵਰਕ ਫਰੋਮ ਹੋਮ ਰਿਕੁਐਸਟ ਨੂੰ ਖਾਰਜ ਕਰ ਸਕਦੀਆਂ। ਜੇ ਕਾਨੂੰਨ ਬਣ ਗਿਆ ਤਾਂ ਫਿਰ ਉਹਨਾਂ ਨੂੰ ਦੱਸਣਾ ਪਊਗਾ ਵੀ ਕੀ ਰੀਜ਼ਨ ਆ। ਸੋ ਇਹਨੂੰ ਇੱਕ ਕਾਨੂੰਨੀ ਮਾਨਤਾ ਮਿਲਣੀ। ਹੁਣ ਇੱਥੇ ਵੀ ਬਹੁਤ ਸਾਰੀਆਂ ਕੰਪਨੀਆਂ ਥੋੜ੍ਹਾ ਕਰਕੇ ਉਹਨੇ ਸੱਦਣਾ ਸ਼ੁਰੂ ਕਰਤਾ। ਅਜੇ ਵੀ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਲੋਕਾਂ ਨੂੰ ਕਹਿ ਰਹੀਆਂ ਤੁਸੀਂ ਘਰੋਂ ਕੰਮ ਕਰੋ, ਪਰ ਨੀਦਰਲੈਂਡ ਦੇ ਵਿੱਚ ਇੱਥੇ ਵਾਂਗੂ ਜਿਸ ਤਰੀਕੇ ਨਾਲ ਹੈਗਾ ਕਿ ਜਿਹੜੀ ਤੁਹਾਡੀ ਰਿਕੁਐਸਟ ਆ ਉਹਨੂੰ ਮਨਜ਼ੂਰ ਵੀ ਕਰ ਸਕਦੇ ਆ, ਨਹੀਂ ਵੀ ਮਨਜ਼ੂਰ ਕਰ ਸਕਦੇ, ਬਿਨਾਂ ਦੱਸੇ ਵੀ ਨਾ ਮਨਜ਼ੂਰ ਕਰ ਸਕਦੇ ਆ ਕਿ ਇਹਦਾ ਰੀਜ਼ਨ ਕੋਈ ਨਹੀਂ। ਤੇ ਜੇ ਕਾਨੂੰਨ ਬਣ ਜਾਂਦਾ ਆ ਫਿਰ ਉਹਨਾਂ ਨੂੰ ਇਹਦਾ ਘੱਟੋ ਘੱਟ ਕਾਰਨ ਜ਼ਰੂਰ ਦੱਸਣਾ ਪਊਗਾ। ਤੇ ਇਹ ਜਿਹੜਾ ਵਰਕ ਦਾ ਨਵਾਂ ਕਲਚਰ ਆ ਇਹ ਨੀਦਰਲੈਂਡ ਤੋਂ ਬਾਅਦ ਹੋਰ ਥਾਵਾਂ ਦੇ ਉੱਤੇ ਵੀ ਸ਼ੁਰੂ ਹੋ ਸਕਦਾ। ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਦੇ ਮੁਤਾਬਕ ਉੱਥੋਂ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਇਹ ਦੱਸ ਰਹੇ ਆ ਕਿ ਉਹ ਇਹ ਕਹਿ ਰਹੀ ਆ ਕਿ ਅਸੀਂ ਜਿਹੜੇ ਵਰਕਰ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਬਿੱਲ ਬਣਾਇਆ ਆ ਤੇ ਹੁਣ ਜੇ ਇਹ ਨੀਦਰਲੈਂਡ ਦੇ ਵਿੱਚ ਬਿੱਲ ਪਾਸ ਹੋ ਜਾਂਦਾ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਦੇਸ਼ ਵੀ ਇਸੇ ਰਸਤੇ ਦੇ ਉੱਤੇ ਤੁਰ ਪੈਣ। ਦੁਨੀਆ ਦੇ ਵਿੱਚ ਬਹੁਤ ਤਜਰਬੇ ਇਸ ਪੈਂਡੈਮਿਕ ਤੋਂ ਬਾਅਦ ਹੋ ਰਹੇ ਆ ਜਿਹੜੇ ਕੰਮ ਨੂੰ ਲੈ ਕੇ ਆ ਕਿ ਕੰਮ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ, ਘਰੋਂ ਹੋਣਾ ਚਾਹੀਦਾ, ਕਿੰਨੇ ਦਿਨ ਹੋਣਾ ਚਾਹੀਦਾ। ਥੋੜ੍ਹਾ ਚਿਰ ਪਹਿਲਾਂ ਅਸੀਂ ਖਬਰ ਕੀਤੀ ਸੀ ਕਿ UK ਦੇ ਵਿੱਚ ਇਹ ਐਕਸਪੈਰੀਮੈਂਟ ਚੱਲ ਰਿਹਾ ਆ ਕਿ ਜਿਹੜਾ 5 ਦਿਨ ਲੋਕ ਕੰਮ ਕਰਦੇ 8 ਘੰਟੇ ਰੋਜ਼ ਤੇ 5 ਦਿਨ ਕੰਮ 40 ਘੰਟੇ ਜਿਹੜਾ ਕੰਮ ਹਫ਼ਤੇ ਦੇ ਵਿੱਚ ਕੀਤਾ ਜਾਂਦਾ ਆ ਕਿ ਉਹਨੂੰ 4 ਦਿਨ ਦੇ ਵਿੱਚ ਕਰ ਦਿੱਤਾ ਜਾਵੇ, 32 ਘੰਟਿਆਂ ਦੇ ਵਿੱਚ ਕਰ ਦਿੱਤਾ ਜਾਵੇ ਤੇ ਪੈਸੇ ਉਹਨਾਂ ਨੂੰ ਜਿਹੜੀ ਤਨਖਾਹ ਆ ਉਹ 5 ਦਿਨਾਂ ਦੀ ਵੀ ਦਿੱਤੀ ਜਾਵੇ ਤੇ ਕੰਮ ਵੀ 5 ਦਿਨਾਂ ਦਾ ਹੀ ਲਿਆ ਜਾਵੇ। ਭਾਵ ਕੰਮ ਦੇ ਘੰਟੇ ਘਟਾ ਦਿੱਤੇ, 80% ਕਰ ਦਿੱਤੇ, ਆਊਟਪੁੱਟ ਤੇ ਉਹਦੀ ਜਿਹੜੀ ਪੇ ਆ ਉਹ 100% ਰਹੂਗੀ। ਇਹ ਤਜਰਬਾ ਇੰਗਲੈਂਡ ਦੇ ਵਿੱਚ ਚੱਲ ਰਿਹਾ, UK ਦੇ ਵਿੱਚ ਚੱਲ ਰਿਹਾ। ਐਸੇ ਸਾਲ ਇਹ ਇੱਥੇ ਵੀ ਸ਼ੁਰੂ ਹੋਣਾ, ਆਪਣੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ। ਤੇ ਫਿਰ ਕਿਹਾ ਜਾ ਰਿਹਾ ਕਿ ਹੋ ਸਕਦਾ ਜਿਹੜਾ 5 ਡੇ ਵੀਕ ਇਹਨੂੰ 4 ਡੇ ਵੀਕ ਦੇ ਵਿੱਚ ਬਦਲ ਦਿੱਤਾ ਜਾਵੇ। ਪਰ ਨੀਦਰਲੈਂਡ ਦੇ ਵਿੱਚ ਵਰਕ ਫਰੋਮ ਹੋਮ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਬਾਅਦ ਹੋ ਸਕਦਾ ਦੁਨੀਆ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਵੀ ਤਬਦੀਲੀਆਂ ਆਉਣ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਤੇ ਚਰਚਾ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।